like, share and subscribe to this channel। ਸਾਡੇ ਨਾਲ GNDS ਅਕੈਡਮੀ ਚੈਨਲ ਤੇ ਜੁੜੇ ਸਾਰੇ ਹੀ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਾਂਦਾ ਹੈ। GNDS ਅਕੈਡਮੀ ਚੈਨਲ ਤੁਹਾਨੂੰ ਪਿਛਲੇ ਸਮੇਂ ਤੋਂ ਮਾਸਟਰ ਕੇਡਰ ਤੇ ਹੋਰ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਵਾ ਰਿਹਾ ਹੈ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਮੱਧਕਾਲੀਨ ਭਾਰਤ, ਜਿਹਦੇ ਵਿੱਚ ਦਿੱਲੀ ਸਲਤਨਤ ਹੈ ਜਿਹੜਾ ਉਹ ਆਪਾਂ ਕਰਾਂਗੇ। ਟਾਈਮ ਪੀਰੀਅਡ ਇਹਦਾ ਹੈਗਾ ਜੀ 1206 ਈਸਵੀ ਤੋਂ 1526 ਈਸਵੀ ਦੇ ਵਿੱਚ। ਸੋ ਜੇਕਰ ਹਜੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜਿਹੜਾ ਹੈਗਾ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਮਿਲ ਸਕੇ ਅਤੇ ਤੁਸੀਂ ਜਿਹੜੀਆਂ ਹੈਗੀਆਂ ਵੀਡੀਓਜ਼ ਦੇਖ ਕੇ ਲਾਭ ਉਠਾ ਸਕੋ। ਨੋਟਸਾਂ ਦੀ ਪ੍ਰਾਪਤੀ ਦੇ ਲਈ ਤੁਸੀਂ ਸਾਡੇ WhatsApp ਨੰਬਰ 'ਤੇ ਕੰਟੈਕਟ ਕਰ ਸਕਦੇ ਹੋ, ਜਿਹੜਾ ਕਿ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਦੇ ਦਿੱਤਾ ਜਾਵੇਗਾ। ਸੋ ਬਿਨਾਂ ਕਿਸੇ ਦੇਰੀ ਆਓ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ, ਜਿਸ ਦਾ ਨਾਮ ਹੈ ਜੀ ਮੱਧਕਾਲੀਨ ਭਾਰਤ। ਦਿੱਲੀ ਸਲਤਨਤ ਹੈ ਜਿਹੜੀ 1206 ਤੋਂ 1506 ਈਸਵੀ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਪ੍ਰਾਚੀਨ ਭਾਰਤ ਦਾ ਇਤਿਹਾਸ ਉਹ ਕਰ ਚੁੱਕੇ ਹਾਂ ਅਤੇ ਵਰਲਡ ਹਿਸਟਰੀ ਦੇ ਜਿਹੜੇ ਟੌਪਿਕ ਹੈ ਮਾਸਟਰ ਕੇਡਰ ਦੇ ਲਈ ਕੰਮ ਆਉਣ ਵਾਲੇ ਉਹ ਵੀ ਆਪਾਂ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹ ਵੀਡੀਓਜ਼ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਅਤੇ MCQ ਦੀ ਸੀਰੀਜ਼ ਹੈ ਜਿਹੜੀ ਉਹ ਵੀ ਆਪਾਂ ਪ੍ਰਾਚੀਨ ਭਾਰਤ ਦੀ ਕੰਪਲੀਟ ਕਰ ਚੁੱਕੇ ਹਾਂ। ਉਹ ਵੀਡੀਓ ਵੀ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਸੋ ਇਹ ਵੀਡੀਓਜ਼ ਤੁਹਾਡੇ ਲਈ ਬਹੁਤ ਹੀ ਕੰਮ ਆਉਣ ਵਾਲੀ ਹੈ। ਬਹੁਤ ਹੀ ਕਿਤਾਬਾਂ ਦੇ ਸੰਗ੍ਰਹਿ ਤੋਂ ਨੋਟਸ ਤਿਆਰ ਕੀਤੇ ਹੋਏ ਹਨ। ਇਹਨਾਂ ਨੂੰ ਧਿਆਨ ਨਾਲ ਤੁਸੀਂ ਦੇਖਣਾ ਵੀਡੀਓ ਨੂੰ ਅਤੇ ਧਿਆਨ ਨਾਲ ਇਹਨਾਂ ਨੂੰ ਪੜ੍ਹਨਾ ਤਾਂ ਕਿ ਤੁਹਾਨੂੰ ਜਿਹੜੀ ਹੈਗੀ ਹੈ ਕਾਮਯਾਬੀ ਪੇਪਰਾਂ ਦੇ ਵਿੱਚ ਜਾਂ ਐਗਜ਼ਾਮ ਜਿਹੜੇ ਵੀ ਕੰਪੀਟੀਟਿਵ ਐਗਜ਼ਾਮ ਹੋਣੇ ਆ ਉਹਨਾਂ ਦੇ ਵਿੱਚ ਮਿਲ ਸਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਦਿੱਲੀ ਸਲਤਨਤ ਟਾਈਮ ਪੀਰੀਅਡ ਹੈਗਾ ਜੀ 1206 ਤੋਂ 1526 ਈਸਵੀ। ਇਹਦੇ ਵਿੱਚ ਜੀ ਆਮ ਜਾਣਕਾਰੀ ਹੈ ਜਿਹੜੀ ਸਭ ਤੋਂ ਪਹਿਲਾਂ ਸਾਡੇ ਕੰਮ ਆਉਣ ਵਾਲੀ, ਉਹਦੇ 'ਚ ਇਹ ਹੈ ਕਿ ਮੁਹੰਮਦ ਕਾਸਿਮ ਦੀ ਅਗਵਾਈ ਵਿੱਚ ਅਰਬਾਂ ਨੇ ਭਾਰਤ ਉੱਪਰ ਜਿਹੜਾ ਹੈਗਾ ਸਿੰਧ ਦੇ ਇਲਾਕੇ 'ਤੇ 712 ਈਸਵੀ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈਗਾ ਹਮਲਾ ਕੀਤਾ ਹੈ। ਸਭ ਤੋਂ ਪਹਿਲਾ ਹਮਲਾ ਅਰਬਾਂ ਨੇ ਕਦੋਂ ਕੀਤਾ? 712 ਈਸਵੀ ਦੇ ਵਿੱਚ। ਮਹਿਮੂਦ ਗਜ਼ਨੀ ਹੈ ਜਿਹੜਾ, ਜਾਂ ਮਹਿਮੂਦ ਗਜ਼ਨਵੀ ਆਪਾਂ ਕਹਿੰਦੇ ਹਾਂ, ਉਹ 998 ਈਸਵੀ ਦੇ ਵਿੱਚ ਰਾਜਾ ਬਣਦਾ ਹੈ, ਜਿਹੜਾ ਕਿ ਅਰਬਾਂ ਦਾ ਰਾਜਾ ਹੈ। ਉਹ ਰਾਜਾ ਬਣਦਾ, ਉਸਨੇ ਭਾਰਤ 'ਤੇ 17 ਹਮਲੇ ਕੀਤੇ ਆ ਕੁੱਲ। ਕਈ ਵਾਰੀ ਪੁੱਛ ਲੈਂਦੇ ਆ ਸਿੱਧਾ ਹੀ ਮਹਿਮੂਦ ਗਜ਼ਨਵੀ ਨੇ ਕਿੰਨੇ ਹਮਲੇ ਕੀਤੇ, ਤਾਂ 17 ਕੀਤੇ ਆ। 998 'ਚ ਰਾਜਾ ਬਣਦਾ ਤਾਂ ਪਹਿਲਾ ਹਮਲਾ ਉਹ 1000 ਈਸਵੀ ਦੇ ਵਿੱਚ ਭਾਰਤ ਦੇ ਉੱਪਰ ਕਰਦਾ। ਉਸਨੇ 1025 ਈਸਵੀ ਵਿੱਚ ਸੋਮਨਾਥ ਮੰਦਰ ਨੂੰ ਲੁੱਟਿਆ। ਮਹਿਮੂਦ ਗਜ਼ਨਵੀ ਨੇ ਸੋਮਨਾਥ ਮੰਦਰ ਕਦੋਂ ਲੁੱਟਿਆ? 1025 ਈਸਵੀ ਦੇ ਵਿੱਚ। ਆਖਰੀ ਹਮਲਾ ਜਿਹੜਾ ਮਹਿਮੂਦ ਗਜ਼ਨਵੀ ਦਾ ਉਹ ਹੈਗਾ ਜੀ 1027 ਈਸਵੀ ਦੇ ਵਿੱਚ। ਉਹਦੀ ਮੌਤ ਹੈ ਜਿਹੜੀ ਉਹ 1030 ਈਸਵੀ ਦੇ ਵਿੱਚ ਹੁੰਦੀ ਹੈ। ਅਲ ਬਰੂਨੀ, ਫਿਰਦੌਸੀ, ਉਤਰੀ ਅਤੇ ਫਰੂਖੀ ਮੁਹੰਮਦ ਗਜ਼ਨੀ ਦੇ ਦਰਬਾਰੀ ਸੀਗੇ, ਕਵੀ ਹੈ ਜੀ ਉਸ ਟਾਈਮ ਦੇ। ਅੱਗੇ ਹੈ ਜੀ ਮੋਸਟ ਇੰਪੋਰਟੈਂਟ ਜਿਹੜੀ ਲਾਈਨ ਹੈ, ਇਹਨੂੰ ਧਿਆਨ ਨਾਲ ਦੇਖੋ। 1173 ਈਸਵੀ ਦੇ ਵਿੱਚ ਗਜ਼ਨੀ ਦਾ ਸ਼ਾਸਕ ਮੁਹੰਮਦ ਗੌਰੀ ਬਣਦਾ। ਠੀਕ ਹੈ ਜੀ, ਜਦੋਂ 1173 ਈਸਵੀ ਹੈ ਉਸ ਟਾਈਮ 'ਤੇ ਜਿਹੜਾ ਹੈਗਾ ਗਜ਼ਨੀ ਦਾ ਸ਼ਾਸਕ ਹੈ ਜਿਹੜਾ ਉਹ ਮੁਹੰਮਦ ਗੌਰੀ ਬਣਦਾ ਅਤੇ ਉਸਨੇ ਭਾਰਤ 'ਤੇ ਜਿਹੜਾ ਹੈਗਾ ਮੁਲਤਾਨ ਮੌਜੂਦਾ ਪਾਕਿਸਤਾਨ ਦੇ ਵਿੱਚ ਆ, ਉਸ 'ਤੇ ਪਹਿਲਾ ਹਮਲਾ 1178 ਈਸਵੀ ਦੇ ਵਿੱਚ ਕੀਤਾ। ਉਸਨੇ ਭਾਰਤ ਵਿੱਚ 3 ਮਹੱਤਵਪੂਰਨ ਯੁੱਧ ਲੜੇ ਹੈ। ਪਹਿਲੀ ਤਰੈਣ ਦੀ ਲੜਾਈ 1191 ਈਸਵੀ ਦੇ ਵਿੱਚ, ਇਹਦੇ ਵਿੱਚ ਗੌਰੀ ਹਾਰ ਜਾਂਦਾ ਅਤੇ ਹਾਰ ਕੇ ਉਹ ਵਾਪਸ ਚਲੇ ਜਾਂਦਾ। ਫਿਰ ਦੂਜੀ ਲੜਾਈ ਹੈ ਜਿਹੜੀ ਤਰੈਣ ਦੀ, ਉਹ 1192 ਈਸਵੀ ਦੇ ਵਿੱਚ ਹੁੰਦੀ ਹੈ। ਇਹਦੇ ਵਿੱਚ ਗੌਰੀ ਜਿੱਤਦਾ ਅਤੇ ਪ੍ਰਿਥਵੀ ਰਾਜ ਚੌਹਾਨ ਹੈ ਜਿਹੜਾ ਉਹ ਹਾਰਦਾ। ਪ੍ਰਿਥਵੀ ਰਾਜ ਚੌਹਾਨ ਵਿਰੁੱਧ ਲੜੀਆਂ ਚੰਦਾਵਰ ਦੀ ਲੜਾਈ ਹੈ ਜਿਹੜੀ ਉਹ 1194 ਈਸਵੀ ਦੇ ਵਿੱਚ ਹੁੰਦੀ ਹੈ। ਜੈ ਚੰਦ ਵਿਰੁੱਧ ਹੈ ਜਿਹੜੀ ਉਹ ਗੌਰੀ ਜਿੱਤਦਾ। ਜਿਹੜੀ ਚੰਦਾਵਰ ਦਾ ਯੁੱਧ ਆ ਨਾ, ਜਾਂ ਚੰਦਾਵਰ ਦੀ ਲੜਾਈ ਹੈ, ਉਹ 1194 ਦੇ ਵਿੱਚ ਹੁੰਦੀ ਹੈ। ਜੈ ਚੰਦ ਉਸ ਸਮੇਂ ਰਾਜਾ ਹੈ, ਉਹਨੂੰ ਜਿਹੜਾ ਹੈਗਾ ਮੁਹੰਮਦ ਗੌਰੀ ਉਹ ਹਰਾ ਦਿੰਦਾ। ਤਾਂ ਇਸ ਦੇ ਨਾਲ ਹੀ ਜਿਹੜੀ ਹੈਗੀ ਹੈ ਆਪਾਂ ਕਹਿ ਸਕਦੇ ਹਾਂ ਕਿ ਦਿੱਲੀ ਸਲਤਨਤ ਦੀਆਂ ਜੜ੍ਹਾਂ ਜਿਹੜੀਆਂ ਉਹ ਲੱਗ ਜਾਂਦੀਆਂ ਭਾਰਤ ਦੇ ਵਿੱਚ। ਗੌਰੀ ਜਿੱਤੇ ਹੋਏ ਇਲਾਕਿਆਂ ਦਾ ਸ਼ਾਸਨ ਹੈ ਜਿਹੜਾ ਆਪਣੇ ਗੁਲਾਮ ਸੈਨਾਪਤੀਆਂ ਨੂੰ, ਗੁਲਾਮ ਬਾਰੇ ਆਪਾਂ ਅੱਗੇ ਡਿਸਕਸ਼ਨ ਕਰਦੇ ਹਾਂ, ਸੈਨਾਪਤੀਆਂ ਨੂੰ ਸੌਂਪ ਕੇ ਖੁਦ ਗਜ਼ਨੀ ਵਾਪਸ ਚਲਿਆ ਗਿਆ, ਜਿੱਥੇ ਕਿ 15 ਮਾਰਚ 1206 ਈਸਵੀ ਨੂੰ ਉਸਦੀ ਜਿਹੜੀ ਹੈਗੀ ਹੈ ਮੌਤ ਹੋ ਜਾਂਦੀ ਹੈ। ਠੀਕ ਹੈ ਜੀ, ਗੌਰੀ ਦੀ ਮੌਤ ਕਦੋਂ ਹੋਈ ਹੈ? 15 ਮਾਰਚ 1206 ਈਸਵੀ ਨੂੰ। ਇਸ ਨੂੰ ਧਿਆਨ 'ਚ ਰੱਖਣਾ ਤੁਹਾਡੇ ਲਈ ਜ਼ਰੂਰੀ ਹੈ। ਹੁਣ ਦੇਖੋ ਜੀ, ਜਿਹੜਾ ਗੁਲਾਮ ਹੈਗਾ, ਗੁਲਾਮ ਸ਼ਬਦ ਆਪਾਂ ਪਹਿਲਾਂ ਕਰਕੇ ਹਟੇ ਹਾਂ ਕਿ ਉਹ ਕਿਸੇ ਨਾ ਵੀ ਮੰਨ ਲਓ ਆਪਾਂ ਕੋਈ ਯੋਧੇ ਤੋਂ, ਜਾਂ ਉਹਨੂੰ ਕਿਸੇ ਨੂੰ ਕੁਆਲਿਟੀ ਦਾ ਪਤਾ ਹੈ ਕਿ ਇਹ ਵੀਰ ਯੋਧਾ ਹੈ ਜਾਂ ਬਣ ਸਕਦਾ ਹੈ ਨਾ, ਤਾਂ ਐਵੇਂ ਇੱਕ ਤਰ੍ਹਾਂ ਨਾਲ ਜਿਹੜੇ ਕੋਈ ਅਨਾਥ ਹੈ ਜਾਂ ਸਮਾਜ ਦੇ ਵਿੱਚ ਜਿਨ੍ਹਾਂ ਦਾ ਕੋਈ ਹੈ ਨਹੀਂ, ਠੀਕ ਹੈ, ਜਾਂ ਯੁੱਧਾਂ ਦੇ ਵਿੱਚ ਫੜੇ ਹੋਏ ਲੋਕ ਹੈ, ਉਹਨਾਂ ਨੂੰ ਸਾਰਿਆਂ ਨੂੰ ਗੁਲਾਮ ਬਣਾ ਲਿਆ ਜਾਂਦਾ ਸੀ।
ਤੇ ਜਾਂ ਫਿਰ ਬਾਜ਼ਾਰ ਦੇ ਵਿੱਚ ਜਿਹੜੇ ਵਪਾਰੀ ਸੀ ਉਹ ਇਸ ਤਰ੍ਹਾਂ ਨਾ ਕੁਆਲਿਟੀ ਵੇਖ ਕੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਆਪਾਂ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਵੇਚ ਦਿੰਦੇ ਸੀ, ਤੇ ਜਿਹਨੂੰ ਕਿ ਸ਼ਾਸਕ ਹੈ ਜਿਹੜਾ ਉਹ ਆਪਦਾ ਗੁਲਾਮ ਬਣਾ ਕੇ ਰੱਖਦਾ ਸੀ। ਸਮਝੇ ਗਏ ਨਾ, ਉਹ ਗੁਲਾਮ ਬਣਾ ਕੇ ਰੱਖਦਾ ਸੀ। ਤਾਂ ਹੁਣ ਜਿਹੜਾ ਗੌਰੀ ਆ ਉਹ ਕੀ ਕਰਦਾ, ਉਹ ਜਿਹੜੇ ਪ੍ਰਦੇਸ਼ਾਂ ਨੂੰ ਜਿੱਤ ਲੈਂਦਾ ਹੈ, ਉਹ ਜਦ ਜਾਂਦਾ ਹੋਇਆ ਜਿਹੜੇ ਉਹਦੇ ਗੁਲਾਮ ਸੈਨਾਪਤੀ ਹੁੰਦੇ ਆ ਨਾ, ਭਰੋਸੇਮੰਦ ਵੀ ਹੁੰਦੇ ਆ, ਤੇ ਉਹਨਾਂ ਨੂੰ ਉਹ ਸੌਂਪ ਕੇ ਚਲਿਆ ਜਾਂਦਾ, ਜਿਹਦੇ ਵਿੱਚੋਂ ਇੱਕ ਆਪਾਂ ਅੱਗੇ ਚੱਲਦੇ ਹਾਂ ਕਿ ਐਬਕ ਹੈ ਜਿਹੜਾ ਕੁਤਬਦੀਨ ਐਬਕ ਹੈ ਨਾ। ਸਲਤਨਤ ਕਾਲ ਕੀ ਹੈ ਜੀ, ਹੁਣ ਦੇਖੋ ਗੁਲਾਮ ਵੰਸ਼ ਦਾ ਟਾਈਮ 1206 ਤੋਂ 1290 ਦਾ ਟਾਈਮ ਹੈ, ਇਹਨੂੰ ਅਸੀਂ ਕਹਿੰਦੇ ਹਾਂ ਸਲਤਨਤ ਕਾਲ। ਕਈ ਵਾਰੀ ਸਿੱਧਾ ਕੁਐਸਚਨ ਸਾਨੂੰ ਪੁੱਛ ਸਕਦੇ ਆ ਕਿ ਸਲਤਨਤ ਕਾਲ ਕੀ ਹੈ ਜਾਂ ਸਲਤਨਤ ਕਾਲ ਦਾ ਸਮਾਂ ਕਿੰਨਾ ਹੈ, ਤਾਂ ਉਹ ਹੈਗੀ ਹੈ ਜਿਹੜੀ ਸਲਤਨਤ ਕਾਲ ਹੈ ਉਹ ਚੱਲਦੀ ਹੈਗੀ 1206 ਤੋਂ 1290, ਗੁਲਾਮ ਵੰਸ਼ ਨੂੰ ਆਪਾਂ ਕਹਿੰਦੇ ਹਾਂ। ਤਾਂ ਅੱਗੇ ਦਿੱਲੀ ਸਲਤਨਤ ਦਾ ਕਾਲ ਹੈ ਇਹ ਜਿਹੜਾ ਅੱਗੇ 1500 ਤੋਂ ਆਪਰ ਈਸਵੀ ਤੱਕ ਚੱਲਦਾ। ਕੁਤਬਦੀਨ ਐਬਕ ਹੈ ਜਿਹੜਾ ਜੀ 1206 ਤੋਂ 1210 ਈਸਵੀ ਤੱਕ ਰਾਜਾ ਬਣਦਾ ਹੈ। ਗੁਲਾਮ ਵੰਸ਼ ਦਾ ਸੰਸਥਾਪਕ ਹੈ ਇਹ। ਗੁਲਾਮ ਵੰਸ਼ ਨੂੰ ਹੋਰ ਕੀ ਨਾਂ ਨਾਲ ਜਾਣਿਆ ਜਾਂਦਾ ਜੀ, ਮਮਲੂਕ ਵੰਸ਼। ਠੀਕ ਹੈ ਜੀ, ਮਮਲੂਕ ਵੰਸ਼ ਹੈ ਜਿਹੜਾ, ਇਹ ਦੂਜਾ ਨਾਮ ਹੈ। ਗੌਰੀ ਦਾ ਇਹ ਗੁਲਾਮ ਸੀ, ਐਬਕ ਕਬੀਲੇ ਨਾਲ ਸੰਬੰਧਿਤ ਸੀ। ਇਸ ਨੇ ਤਰੈਨ ਅਜਮੇਰ ਦੀਆਂ ਲੜਾਈਆਂ ਵਿੱਚ ਗੌਰੀ ਦੇ ਸੈਨਾਪਤੀਆਂ ਵਜੋਂ ਭੂਮਿਕਾ ਨਿਭਾਈ ਸੀ। 1193 ਈਸਵੀ ਦੇ ਵਿੱਚ ਦਿੱਲੀ ਤੇ 1198 ਈਸਵੀ ਦੇ ਵਿੱਚ ਗੁਜਰਾਤ, 1202 ਈਸਵੀ ਦੇ ਵਿੱਚ ਕਲਿੰਜਰ ਦੇ ਇਲਾਕੇ ਜਿੱਤੇ ਸੀਗੇ। ਕਿਹਨੇ ਜੀ, ਕੁਤਬਦੀਨ ਐਬਕ ਨੇ। ਇਸ ਸਮੇਂ ਤਾਜੁਦੀਨ ਜਲਦੌਜ ਹੈ ਜਿਹੜਾ, ਉਹਨੇ ਗਜਨੀ ਅਤੇ ਨਾਸਰੁਦੀਨ ਕਬਾਚਾ ਨੇ ਜਿਹੜਾ ਹੈਗਾ ਮੁਲਤਾਨ ਦਾ ਵਿੱਚ ਵਿਦਰੋਹ ਕਰਤਾ ਸੀ। ਇਹ ਦੋ ਉਸ ਟਾਈਮ ਦੇ ਇੱਕ ਸੈਨਾਪਤੀ ਹੈ, ਤਾਜੁਦੀਨ ਜਲਦੌਜ ਇਹ ਹੈਗਾ ਗਜਨੀ ਦੇ ਵਿੱਚ ਵਿਦਰੋਹ ਕਰਦਾ, ਤੇ ਨਾਸਰੁਦੀਨ ਕਬਾਚਾ ਇਹ ਮੁਲਤਾਨ ਦੇ ਵਿੱਚ ਵਿਦਰੋਹ ਕਰਦਾ। ਵਿਦਰੋਹ ਕਿਹਦੇ ਵਿਰੁੱਧ ਕਰਦੇ ਆ, ਕੁਤਬਦੀਨ ਦੇ ਵਿਰੁੱਧ, ਕਿਉਂਕਿ ਕਹਿੰਦੇ ਵੀ ਇਹ ਤਾਂ ਗੁਲਾਮ ਰਾਜਾ ਬਣ ਗਿਆ ਨਾ, ਤਾਂ ਇਹ ਸਾਡੇ ਯੋਗ ਨਹੀਂ ਗਾ, ਤਾਂ ਕਰਕੇ ਜਿਹੜਾ ਹੈਗਾ ਇਹਦਾ ਵਿਦਰੋਹ ਹੁੰਦਾ। ਇਹ ਸੁਤੰਤਰ ਸ਼ਾਸਕ ਬਣ ਜਾਂਦੇ ਆ, ਭਾਵੇਂ ਕਹਿੰਦੇ ਵੀ ਸਾਡਾ ਜਿਹੜਾ ਹੈਗਾ ਸਲਤਨਤ ਕਾਲ ਅਸੀਂ ਉਹਦੇ ਅੰਡਰ ਨਹੀਂ ਗਏ ਜਾਂ ਹੈ ਨਾ, ਗੁਲਾਮ ਵੰਸ਼ ਮਮਲੂਕ ਵੰਸ਼ ਤੋਂ ਆਜ਼ਾਦ ਹੋ ਜਾਂਦੇ। ਤਾਂ 1208 ਈਸਵੀ ਦੇ ਵਿੱਚ ਐਬਕ ਹੈ ਜਿਹੜਾ ਇਹਨਾਂ ਨੂੰ ਦੋਨਾਂ ਨੂੰ ਹਰਾ ਕੇ ਜਿਹੜਾ ਆਪਦਾ ਸਾਮਰਾਜ ਆ ਉਹ ਆਪਾਂ ਕਹਿ ਸਕਦੇ ਹਾਂ ਕਿ ਉਹਨੂੰ ਮਜ਼ਬੂਤੀ ਦੇ ਦਿੰਦਾ ਹੈ ਨਾ, ਆਪਦੇ ਸਾਮਰਾਜ ਨੂੰ ਪੂਰੀ ਦ੍ਰਿੜਤਾ ਦੇ ਨਾਲ ਜਿਹੜਾ ਹੈਗਾ ਸਥਾਪਿਤ ਕਰ ਲੈਂਦਾ। ਤਾਂ ਰਾਜਗੱਦੀ ਦੇ ਉੱਪਰ ਕਦੋਂ ਬੈਠਦਾ ਜੀ ਇਹ ਕੁਤਬਦੀਨ ਐਬਕ, 24 ਜੂਨ 1206 ਈਸਵੀ ਨੂੰ ਰਾਜਧਾਨੀ ਲਾਹੌਰ ਨੂੰ ਬਣਾਉਂਦਾ। ਅੱਗੇ ਹੈ ਜੀ, ਐਬਕ ਨੇ ਮੁਹੰਮਦ ਗੌਰੀ ਦੇ ਭਤੀਜੇ ਸ਼ਹਿਜ਼ਾਦਾ ਮਹਿਮੂਦ ਤੋਂ ਮੁਕਤੀ ਪੱਤਰ ਪ੍ਰਾਪਤ ਕੀਤਾ। ਸ਼ਹਿਜ਼ਾਦੇ ਨੇ ਉਸ ਨੂੰ ਛਤਰ ਅਤੇ ਦੁਰਭਾਸ਼ ਰਾਜਸੀ ਚਿੰਨ੍ਹ ਦਿੱਤੇ। ਹੁਣ ਇਹ ਕੀ ਹੈ ਜੀ, ਮੁਕਤੀ ਪੱਤਰ ਦੇ ਵਿੱਚ ਕੀ ਹੈ ਕਿ ਇਹ ਜਿਹੜਾ ਹੈਗਾ ਇੱਕ ਮੁਗਲ ਸ਼ਹਿਜ਼ਾਦਾ ਹੈ ਨਾ, ਮੁਗਲ ਵਿਅਕਤੀ ਹੈ ਜਿਹੜੇ, ਉਹ ਉਹਨੂੰ ਭਾਵ ਜਿਹੜਾ ਜਿਹਦੇ ਅੰਡਰ ਹੈ ਉਹ ਇਹਨੂੰ ਮੁਕਤੀ ਪੱਤਰ ਦੇ ਦਿੰਦਾ ਹੁੰਦਾ ਕਿ ਤੂੰ ਗੁਲਾਮ ਤੋਂ ਮੁਕਤ ਹੋ ਗਿਆ। ਤਾਂ ਉਹਦੇ ਨਾਲ ਕੀ ਹੈ ਕਿ ਸਮਾਜ ਦੇ ਵਿੱਚ ਇਹ ਹੁੰਦਾ ਕਿ ਉਹਨੂੰ ਗੁਲਾਮੀ ਤੋਂ ਮੁਕਤੀ ਦਾ ਪੱਤਰ ਮਿਲ ਜਾਂਦਾ, ਅਤੇ ਉਹ ਫਿਰ ਹੈਗਾ ਜਿਹੜਾ ਆਪਣਾ ਭਾਵ ਆਪਦਾ ਰਾਜੇ ਦੇ ਰੂਪ ਦੇ ਵਿੱਚ ਪੇਸ਼ ਆਉਂਦਾ ਹੈ। ਮੁਹੰਮਦ ਗੌਰੀ ਦਾ ਭਤੀਜਾ, ਇਹਨੂੰ ਭਾਵ ਕੀ ਹੈ, ਮੁਕਤੀ ਪੱਤਰ ਹੈ ਜਿਹੜਾ ਇਹ ਉਹੀ ਦੇ ਸਕਦਾ ਹੁੰਦਾ, ਜਾਂ ਤਾਂ ਉਹ ਜਿਹੜਾ ਰਾਜਾ ਜਾਂ ਬਾਦਸ਼ਾਹ ਜਿਹਦੇ ਗੁਲਾਮ ਹੋ, ਅਤੇ ਜਾਂ ਜਿਹੜਾ ਕੋਈ ਉਹਦਾ ਮੇਨ ਭਾਵ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਸਕੇ ਸਾਕ ਸੰਬੰਧੀਆਂ ਦੇ ਵਿੱਚੋਂ ਰਿਸ਼ਤੇਦਾਰ ਹੈ। ਠੀਕ ਹੈ ਜੀ, ਤਾਂ ਇਹਨਾਂ ਤੋਂ ਇਹ ਮੁਕਤੀ ਪੱਤਰ ਪ੍ਰਾਪਤ ਕਰ ਲੈਂਦਾ। ਇਹ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ, ਜਿਹਦੇ ਨਾਲ ਉਹ ਕੁਛ ਹੱਦ ਤੱਕ ਜਿਹੜੇ ਉਹਦੇ ਐਂਟੀ ਵਿਦਰੋਹ ਹੁੰਦੇ ਆ ਉਹਨਾਂ ਨੂੰ ਨੱਪਣ ਦੇ ਵਿੱਚ ਜਾਂ ਉਹਨਾਂ ਨੂੰ ਦਬਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ। ਅੱਗੇ ਹੈ ਜੀ, ਕੁਤਬ ਮੀਨਾਰ ਦੀ ਨੀਂਹ ਰੱਖਦਾ ਇਹ ਆਪਣਾ ਦੂਜਾ ਹੈਗਾ ਕੁਤਬਦੀਨ। ਹੁਣ ਦੇਖੋ, ਕੁਤਬ ਮੀਨਾਰ ਦੀ ਨੀਂਹ ਰੱਖੀ ਜਾਂਦੀ ਹੈ, ਇਹਦੇ ਦੁਆਰਾ ਰੱਖਣ ਵਾਲਾ ਕੌਣ ਆ, ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਨਾਮ 'ਤੇ ਇਲਤੁਤਮਿਸ ਇਹਨੂੰ ਪੂਰਾ ਕਰਵਾਉਂਦਾ। ਕੁਤਬਦੀਨ ਮੀਨਾਰ ਦੀ ਨੀਂਹ ਰੱਖ ਦਿੰਦਾ ਇਹ ਕੁਤਬਦੀਨ ਹੈ ਜਿਹੜਾ, ਉਹ ਕੁਤਬ ਮੀਨਾਰ ਦੀ ਨੀਂਹ ਰੱਖ ਦਿੰਦਾ। ਕੁਤਬਦੀਨ ਜਿਹੜਾ ਬਖਤਿਆਰ ਕਾਕੀ ਹੈ ਉਹ ਇਹਦੀ ਨੀਂਹ ਰੱਖਦਾ। ਇਲਤੁਤਮਿਸ ਹੈ ਜਿਹੜਾ, ਉਹ ਇਹਨੂੰ ਪੂਰਾ ਕਰਵਾਉਂਦਾ, ਕਿਉਂਕਿ ਇਹਦੀ ਮੌਤ ਹੋ ਜਾਂਦੀ ਹੁੰਦੀ ਹੈ, ਅਤੇ ਇਹਦਾ ਫਿਰ ਜਿਹੜਾ ਉੱਤਰਾਧਿਕਾਰੀ ਇਲਤੁਤਮਿਸ ਹੈ ਉਹ ਇਸ ਨੂੰ ਪੂਰਾ ਕਰਵਾਉਂਦਾ ਹੁੰਦਾ ਕੁਤਬ ਮੀਨਾਰ ਨੂੰ। ਐਬਕ ਨੇ ਦਿੱਲੀ ਦੇ ਵਿੱਚ ਕੁਤਬੁਲ ਇਸਲਾਮ ਹੈ ਜਿਹੜਾ, ਠੀਕ ਹੈ ਜੀ, ਦਿੱਲੀ ਦੀ ਜਿੱਤ ਦੀ ਯਾਦਗਾਰੀ ਲਈ, ਅਤੇ ਅਜਮੇਰ ਦੇ ਨੇੜੇ 2.5 ਦਿਨ ਕਾ ਝੌਂਪੜਾ ਜਿਹੜਾ ਹੈਗਾ ਚੌਹਾਨ ਸਮਰਾਟ ਵਰਗਰਾਜ ਦੁਆਰਾ ਬਣਾਇਆ ਸਿੱਖਿਆ ਕੇਂਦਰ ਤੋੜ ਕੇ ਮਸਜਿਦਾਂ ਬਣਵਾਈਆਂ। ਹੁਣ ਦੇਖੋ, ਇੱਥੇ ਧਿਆਨ 'ਚ ਰੱਖਣ ਵਾਲੀ ਗੱਲ ਇਹ ਹੈ ਕਿ ਜਿਹੜਾ 2.5 ਦਿਨ ਕਾ ਝੌਂਪੜਾ ਨਾ, ਇਹ ਪਹਿਲਾਂ ਆਪਣਾ ਪ੍ਰਾਚੀਨ ਭਾਰਤ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਇੱਕ ਤਰ੍ਹਾਂ ਨਾਲ ਕੀ ਹੈ, ਇਹ ਬ੍ਰਿਗਰਾਜ ਰਾਜਾ ਹੈ ਚੌਹਾਨਾਂ ਦਾ, ਉਹਨੇ ਬਣਾਇਆ ਸੀ। ਇਹਨੂੰ ਉਹ ਤੋੜ ਕੇ ਜਿਹੜਾ ਹੈਗਾ ਸਿੱਖਿਆ ਕੇਂਦਰ ਸੀ ਇਹਨੂੰ ਤੋੜ ਕੇ ਉਹ ਮਸਜਿਦ ਦੇ ਵਿੱਚ ਬਦਲ ਦਿੰਦਾ। ਤਾਂ ਆਪਾਂ ਕਹਿੰਦੇ ਨਾ ਕਿ 2.5 ਦਿਨ ਕਾ ਝੌਂਪੜਾ ਕਿਸ ਨੇ ਬਣਾਇਆ, ਤਾਂ ਕੁਤਬਦੀਨ ਐਬਕ ਨੇ ਬਣਾਇਆ, ਪਰ ਜਿਹੜਾ ਉਹਦਾ ਸਹੀ ਸੰਸਥਾਪਕ ਹੈ ਉਹ ਸਮਰਾਟ ਬ੍ਰਿਗਰਾਜ ਸੀ, ਜਦੋਂ ਕਿ ਇੱਕ ਸਿੱਖਿਆ ਕੇਂਦਰ ਦਾ ਨਾਮ ਸੀ। ਇਸ ਨੂੰ ਤੋੜ ਕੇ ਇੱਥੇ ਮਸਜਿਦ ਬਣਦੀ
ਬਣਦੀ ਹੈ ਤੇ ਇੱਕ ਕੁਤਬੁਲ ਇਸਲਾਮ ਹੈ ਜਿਹੜਾ ਜਦੋਂ ਦਿੱਲੀ ਨੂੰ ਜਿੱਤਦਾ ਉਹਦੀ ਖੁਸ਼ੀ ਦੇ ਵਿੱਚ ਜਿਹੜਾ ਹੈਗਾ ਇਹ ਮਸਜਿਦ ਬਣਾਉਂਦਾ ਉੱਥੇ ਦਿੱਲੀ ਦੇ ਵਿੱਚ। ਅੱਗੇ ਹੈ ਜੀ ਕੁਤਬਦੀਨ ਐਬਕ ਨੂੰ ਲੱਖ ਬਖਸ਼ ਵੀ ਕਿਹਾ ਜਾਂਦਾ ਸੀ। ਠੀਕ ਹੈ, ਇੰਪੋਰਟੈਂਟ ਹੈ। ਲੱਖ ਬਖਸ਼ ਦੇ ਨਾਂ ਨਾਲ ਕਿਸ ਨੂੰ ਜਾਣਿਆ ਜਾਂਦਾ ਸੀ ਤਾਂ ਕੁਤਬਦੀਨ ਐਬਕ ਹੈ। ਇਹਦੀ ਦਿਆਲਤਾ ਤੇ ਦਾਨਸ਼ੀਲਤਾ ਕਾਰਨ, ਠੀਕ ਹੈ ਜੀ, ਦਿਆਲੂ ਸੁਭਾਅ ਦਾ ਸੀ ਤੇ ਦਾਨੀ ਸੁਭਾਅ ਦਾ ਸੀ, ਤਾਂ ਕਰਕੇ ਇਹਨੂੰ ਲੱਖ ਬਖਸ਼ ਕਹਿੰਦੇ ਸੀ। ਸੁਰੀਲੀ ਆਵਾਜ਼ ਦੇ ਵਿੱਚ ਕੁਰਾਨ ਪੜ੍ਹਦਾ ਸੀ, ਇਸ ਲਈ ਇਹਦਾ ਨਾਂ ਕੁਰਾਨ ਖਾਂ ਵੀ ਹੈ। ਕੁਰਾਨ ਖਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਇਹਦੀ ਆਵਾਜ਼ ਹੈ ਜਿਹੜੀ ਉਹ ਬਹੁਤ ਸੁਰੀਲੀ ਸੀ ਤੇ ਸੁਰੀਲੀ ਆਵਾਜ਼ ਦੇ ਵਿੱਚ ਕੁਰਾਨ ਨੂੰ ਪੜ੍ਹਦਾ ਸੀ, ਇਸ ਕਰਕੇ ਇਸ ਨੂੰ ਕੁਰਾਨ ਖਾਂ ਵੀ ਕਿਹਾ ਜਾਂਦਾ ਹੈ। ਵਜ਼ੀਰ ਪਾਦਾ ਜਿਹੜਾ ਇਹਨੇ ਸ਼ੁਰੂ ਕੀਤਾ ਸੀ, ਵਜ਼ੀਰ ਦਾ ਪਾਦਾ ਨਾ ਜਿਹੜਾ ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਨਾਲ ਵਜ਼ੀਰ ਹੈ ਨਾ, ਜਿਵੇਂ ਆਪਾਂ ਲੈ ਸਕਦੇ ਹਾਂ ਕਿ ਆਧੁਨਿਕ ਦੌਰ ਦੇ ਵਿੱਚ ਕੈਬਨਿਟ ਮੰਤਰੀ ਹੈ ਨਾ, ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ, ਤੇ ਜਾਂ ਆਪਾਂ ਪ੍ਰਧਾਨ ਕਹਿ ਸਕਦੇ ਹਾਂ ਨਾ, ਜਿਹੜਾ ਲੀਡਿੰਗ ਲੀਡਰ ਹੈਗਾ ਉਹ ਵਜ਼ੀਰ ਦਾ ਪਾਦਾ ਜਿਹੜਾ ਉਹ ਇਸ ਨੇ ਸ਼ੁਰੂ ਕੀਤਾ ਸੀ। ਅੱਗੇ ਦੇਖੋ ਮੋਸਟ ਇੰਪੋਰਟੈਂਟ ਹੈ ਜੀ ਤਾਰੀਖ ਏ ਮੁਬਾਰਕ ਸ਼ਾਹੀ ਦਾ ਲੇਖਕ ਕੌਣ ਹੈ? ਫਖਰੂਦੀਨ। ਅਤੇ ਤਾਜੁਲ ਨਾਸਰ ਦਾ ਲੇਖਕ ਹੈਗਾ ਹਸਨ ਨਿਜ਼ਾਮੀ। ਇਹ ਇਹਦੇ ਸਮੇਂ ਦੇ ਲੇਖਕ ਹੈ। ਠੀਕ ਹੈ ਜੀ, ਕੁਤਬਦੀਨ ਐਬਕ ਦੇ ਸਮੇਂ ਦੇ ਲੇਖਕ ਕੌਣ ਹੈ? ਫਖਰੂਦੀਨ ਤੇ ਹਸਨ ਨਿਜ਼ਾਮੀ। ਫਖਰੂਦੀਨ ਨੇ ਕੀ ਲਿਖਿਆ? ਤਾਰੀਖ ਏ ਮੁਬਾਰਕ ਸ਼ਾਹੀ, ਤੇ ਹਸਨ ਨਿਜ਼ਾਮੀ ਨੇ ਕੀ ਲਿਖਿਆ? ਤਾਜੁਲ ਨਾਸਰ। ਇਹਨਾਂ ਨੂੰ ਧਿਆਨ 'ਚ ਰੱਖਣ ਦੀ ਜ਼ਰੂਰਤ ਆ ਤੁਹਾਡੇ ਲਈ, ਮੋਸਟ ਇੰਪੋਰਟੈਂਟ ਟੌਪਿਕ ਨੇ ਤੁਹਾਡੇ ਬਿੰਦੂ ਨੇ, ਇਹਨਾਂ ਨੂੰ ਬਹੁਤ ਧਿਆਨ 'ਚ ਰੱਖਣਾ। 1210 ਈਸਵੀ ਵਿੱਚ ਚੌਗਾਨ ਪੋਲੋ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ, ਪੋਲੋ ਖੇਡਦੇ ਸਮੇਂ ਘੋੜੇ ਤੋਂ ਡਿੱਗਣ ਕਾਰਨ ਲਾਹੌਰ ਦੇ ਵਿੱਚ ਮੌਤ ਹੁੰਦੀ ਹੈ। ਐਬਕ ਹੈ ਜਿਹੜਾ ਉਹਨੂੰ ਲਾਹੌਰ ਦੇ ਵਿੱਚ ਹੀ ਦਫਨਾਇਆ ਜਾਂਦਾ। ਹੁਣ ਦੇਖੋ ਇੱਥੇ ਆਪਣੇ ਕਿੰਨੇ ਕੁਐਸਚਨ ਬਣਦੇ ਆ ਨਾ। ਕੁਤਬਦੀਨ ਐਬਕ ਦੀ ਮੌਤ ਕਦੋਂ ਹੁੰਦੀ ਹੈ ਜੀ? 1210 ਈਸਵੀ ਦੇ ਵਿੱਚ। ਤੇ ਕੀ ਖੇਡ ਖੇਡਦਾ ਸੀ ਉਹ? ਪੋਲੋ। ਕੀ ਖੇਡ ਖੇਡਦੇ ਹੋਈ ਹੈ ਨਾ, ਪੋਲੋ ਜਾਂ ਚੌਗਾਨ ਖੇਡਦੇ ਤੇ ਘੋੜੇ ਤੋਂ ਡਿੱਗਣ ਕਾਰਨ ਹੁੰਦਾ ਕੀ ਹੈ? ਜਦੋਂ ਇਹ ਘੋੜੇ ਦੇ ਨਾਲ ਪੋਲੋ ਖੇਡਦਾ ਹੁੰਦਾ, ਠੀਕ ਹੈ, ਜਦੋਂ ਘੋੜੇ ਦੇ ਨਾਲ ਦੌੜਾ ਕੇ ਇਹ ਜਿਹੜਾ ਹੈਗਾ ਪੋਲੋ ਖੇਡ ਰਿਹਾ ਹੁੰਦਾ ਤਾਂ ਇਹਦਾ ਪੈਰ ਹੈ ਜਿਹੜਾ ਉਹ ਘੋੜੇ ਦੇ ਜਿਹੜੀ ਰਕਾਬ ਹੁੰਦੀ ਹੈ ਉਹਦੇ ਵਿੱਚ, ਰਕਾਬ ਦਾ ਮਤਲਬ ਹੈ ਜੀ ਜਿੱਥੇ ਪੈਰ ਧਰਦਾ ਘੋੜ 'ਚ ਹੀ ਹੈ। ਜਿਹੜਾ ਘੋੜ ਸਵਾਰ ਆ ਨਾ ਉਹ ਜਦੋਂ ਪੈਰ ਧਰਦਾ ਜਿੱਥੇ ਤਾਂ ਉਹ ਰਕਾਬ ਕਹੀ ਜਾਂਦੀ ਉਹਨੂੰ। ਉਹਦੇ ਵਿੱਚ ਜਦੋਂ ਪੈਰ ਰੱਖਦਾ ਤਾਂ ਉਹਦੇ ਵਿੱਚ ਇਹਦਾ ਪੈਰ ਫਸ ਜਾਂਦਾ ਤੇ ਘੋੜੇ ਤੋਂ ਫਿਰ ਇਹ ਜਿਹੜਾ ਹੈਗਾ ਡਿੱਗ ਪੈਂਦਾ ਤੇ ਇਹਨੂੰ ਘੋੜਾ ਨਾਲ ਘੜੀਸ ਕੇ ਕਾਫੀ ਦੂਰੀ ਤੱਕ ਲੈ ਜਾਂਦਾ, ਜਿਹਦੇ ਕਰਕੇ ਇਹਦੀ ਜਿਹੜੀ ਹੈਗੀ ਹੈ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ 1210 ਈਸਵੀ ਦੇ ਵਿੱਚ ਜਿਹੜਾ ਇਹਦਾ ਪੁੱਤਰ ਹੈ ਜਿਸ ਦਾ ਨਾਮ ਆਰਾਮ ਸ਼ਾਹ, ਉਹ ਗੱਦੀ ਤੇ ਬੈਠਦਾ ਹੈ। ਆਰਾਮ ਸ਼ਾਹ ਨੂੰ 1211 ਈਸਵੀ ਦੇ ਵਿੱਚ ਜਿਹੜਾ ਇਲਤੁਤਮਿਸ ਆ ਉਹ ਕੈਦ ਕਰ ਦਿੰਦਾ ਹੈ ਤੇ ਖੁਦ ਜਿਹੜਾ ਹੈਗਾ ਆਪਦੇ ਆਪ ਨੂੰ ਉਹ ਸੁਲਤਾਨ ਘੋਸ਼ਿਤ ਕਰ ਦਿੰਦਾ ਹੈ। ਇਲਤੁਤਮਿਸ ਕੀ ਕਰਦਾ ਹੈ? ਕੁਤਬਦੀਨ ਐਬਕ ਦੇ ਪੁੱਤਰ ਆਰਾਮ ਸ਼ਾਹ ਨੂੰ ਜਿਹੜਾ 1211 ਈਸਵੀ ਦੇ ਵਿੱਚ ਕੈਦੀ ਬਣਾ ਕੇ ਆਪ ਸੁਲਤਾਨ ਬਣ ਜਾਂਦਾ। ਹੁਣ ਆਪਾਂ ਅੱਗੇ ਕਰਦੇ ਹਾਂ ਜੀ ਇਲਤੁਤਮਿਸ। ਇਲਤੁਤਮਿਸ ਹੁਣ ਕੌਣ ਹੈ ਜੀ? ਇਹਦਾ ਪੂਰਾ ਨਾਮ ਹੈਗਾ ਸ਼ਮਸ-ਉਦ-ਦੀਨ ਇਲਤੁਤਮਿਸ। ਸ਼ਮਸ-ਉਦ-ਦੀਨ ਇਲਤੁਤਮਿਸ 1211 ਤੋਂ 1236 ਤੱਕ ਇਹ ਰਾਜ ਕਰਦਾ ਹੈ। ਬਹੁਤ ਹੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਸੁਲਤਾਨ ਹੈ, ਠੀਕ ਹੈ, ਬਹੁਤ ਜਿੱਤਾਂ ਕਰਦਾ ਇਹ, ਜਿੱਤਦਾ ਹੈ ਤੇ ਇੱਕ ਤਰ੍ਹਾਂ ਨਾਲ ਜਿਹੜੀ ਗੁਲਾਮ ਵੰਸ਼ ਹੈ ਜਾਂ ਮਮਲੂਕ ਵੰਸ਼ ਹੈ ਉਹਦੀਆਂ ਜੜ੍ਹਾਂ ਨੂੰ ਪੂਰਾ ਮਜ਼ਬੂਤ ਕਰ ਦਿੰਦਾ। ਸ਼ਮਸ-ਉਦ-ਦੀਨ ਇਲਤੁਤਮਿਸ ਅਲਵਾਰੀ ਕਬੀਲੇ ਨਾਲ ਸੰਬੰਧਿਤ ਸੀ, ਠੀਕ ਹੈ ਜੀ, ਅਲਵਾਰੀ ਕਬੀਲੇ ਨਾਲ ਸੰਬੰਧ ਸੀਗਾ ਇਹਦਾ। ਇਹ ਐਬਕ ਦਾ ਦਾਸ ਸੀ। ਐਬਕ ਦਾ ਦਾਸ ਆ ਜਿਹੜਾ, ਦਾਸ ਦਾ ਮਤਲਬ ਵੀ ਗੁਲਾਮ ਹੀ ਹੁੰਦਾ ਨਾ, ਉਹਦਾ ਦਾਸ ਸੀ, ਇਸ ਕਰਕੇ ਇਸ ਨੂੰ ਦਾਸਾਂ ਦਾ ਦਾਸ ਕਿਹਾ ਜਾਂਦਾ। ਦਾਸਾਂ ਦਾ ਦਾਸ ਕਿਉਂ ਕਿਹਾ ਜਾਂਦਾ? ਕਿਉਂਕਿ ਕੁਤਬਦੀਨ ਐਬਕ ਖੁਦ ਇੱਕ ਗੁਲਾਮ ਸੀ ਤੇ ਇਹ ਉਹਦਾ ਗੁਲਾਮ ਸੀ, ਗੁਲਾਮਾਂ ਦਾ ਗੁਲਾਮ ਜਾਂ ਦਾਸਾਂ ਦਾ ਦਾਸ। ਇਲਤੁਤਮਿਸ ਨੇ 1211 ਈਸਵੀ ਦੇ ਵਿੱਚ ਜਿਹੜਾ ਹੈਗਾ ਉਹ ਗੱਦੀ ਤੇ ਬੈਠਦਾ ਕਿਵੇਂ? ਆਪਾਂ ਪਹਿਲਾਂ ਕਰ ਹਟੇ ਹਾਂ, ਆਰਾਮ ਸ਼ਾਹ ਨੂੰ ਕੈਦ ਕਰਕੇ, ਠੀਕ ਹੈ ਜੀ। ਅੱਗੇ ਹੈ ਜੀ ਇਲਤੁਤਮਿਸ ਨੇ ਕੁਤਬੀ ਅਤੇ ਮੌਜੀ ਸਰਦਾਰਾਂ ਦਾ ਦਮਨ ਕੀਤਾ। ਕੁਤਬੀ ਤੇ ਮੌਜੀ ਸਰਦਾਰ ਹੈ ਜਿਹੜੇ ਉਹ ਇਹਨਾਂ ਦੇ ਸਲਤਨਤ ਨੂੰ ਵੰਗਾਰਦੇ ਹੁੰਦੇ ਆ, ਇਸ ਕਰਕੇ ਉਹਨਾਂ ਦਾ ਜਿਹੜਾ ਵਿਦਰੋਹ ਆ ਉਹਨੂੰ ਦਬਾ ਦਿੰਦਾ ਤੇ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਜਿੱਤ ਲੈਂਦਾ ਤੇ ਉਹਨਾਂ ਦੇ ਜਿਹੜੇ ਭਾਵ ਬਗਾਵਤੀ ਸੁਰ ਹੁੰਦੇ ਆ ਉਹਨਾਂ ਨੂੰ ਦਫਾਉਣ ਆਉਣ ਦੇ ਵਿੱਚ ਕਾਮਯਾਬ ਹੁੰਦਾ। ਇਲਤੁਤਮਿਸ ਹੈ ਜਿਹੜਾ ਉਹ ਐਬਕ ਦਾ ਜਵਾਈ ਸੀ, ਰਿਸ਼ਤੇ ਦੇ ਵਿੱਚ ਕੁਤਬਦੀਨ ਐਬਕ ਦਾ ਜਵਾਈ ਸੀ। 1215 ਈਸਵੀ ਦੇ ਵਿੱਚ ਤਾਜੁਦੀਨ ਜਲਦੌਜ ਨੂੰ ਤਰੈਨ ਦੇ ਯੁੱਧ ਦੇ ਵਿੱਚ ਹਰਾਉਂਦਾ। ਇਹ ਮੋਸਟ ਇਹਦੀ ਵੱਡੀ ਕਾਮਯਾਬੀ ਹੁੰਦੀ ਹੈ ਕਿ ਤਾਜੁਦੀਨ ਜਲਦੌਜ ਹੈ ਜਿਹੜਾ ਕਿ ਕੁਤਬਦੀਨ ਐਬਕ ਦੇ ਟਾਈਮ 'ਤੇ ਵਿਰੋਧ ਕਰਦਾ ਤਾਂ ਉਹਨੂੰ ਇਹ ਤਰੈਨ ਦੇ ਯੁੱਧ ਦੇ ਵਿੱਚ ਹਰਾ ਦਿੰਦਾ। ਮੁਲਤਾਨ ਤੇ ਉੱਚ ਦਾ ਇਲਾਕਾ ਆਪਣੇ ਅਧੀਨ ਕਰ ਲੈਂਦਾ। 1226 ਈਸਵੀ ਵਿੱਚ ਬੰਗਾਲ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਦਾ ਇਹ, ਠੀਕ ਹੈ ਜੀ, ਤੇ ਰਣਥੰਭੋਰ ਦੇ ਵੀਰ ਨਾਰਾਇਣ ਨੂੰ ਜਿਹੜਾ ਹੈਗਾ ਹਰਾ ਦਿੰਦਾ। 1231 ਈਸਵੀ ਦੇ ਵਿੱਚ ਗਵਾਲੀਅਰ ਦੇ ਕਿਲ੍ਹੇ ਨੂੰ ਫਤਿਹ ਕਰਦਾ, ਜਿਹੜਾ ਗਵਾਲੀਅਰ ਦਾ ਕਿਲ੍ਹਾ ਹੈ ਨਾ, ਗਵਾਲੀਅਰ ਨੂੰ ਜਿੱਤਦਾ। ਅੱਗੇ ਹੈ ਜੀ ਸਾਡਾ ਦਿੱਲੀ ਨੂੰ ਇਹ ਰਾਜਧਾਨੀ ਬਣਾਉਂਦਾ। ਹੁਣ ਇਹ ਰਾਜਧਾਨੀ ਹੈ ਕਿਹੜੀ? ਜਿਹੜੀ ਪਹਿਲਾਂ ਲਾਹੌਰ ਹੁੰਦੀ ਹੈ ਉਹਨੂੰ ਬਦਲ ਕੇ ਕੀ ਕਰ ਦਿੰਦਾ? ਦਿੱਲੀ ਨੂੰ ਬਣਾ ਲੈਂਦਾ। ਦਿੱਲੀ ਇਹਦੀ ਰਾਜਧਾਨੀ ਬਣ ਜਾਂਦੀ ਹੈ। ਇਹਨੂੰ ਧਿਆਨ 'ਚ ਰੱਖਣਾ ਕਿ ਦਿੱਲੀ ਨੂੰ ਰਾਜਧਾਨੀ ਸਭ ਤੋਂ ਪਹਿਲਾਂ ਕਿਸ ਨੇ ਬਣਾਇਆ ਤਾਂ ਉਹ ਹੈਗਾ ਜੀ ਇਲਤੁਤਮਿਸ,
ਠੀਕ ਹੈ ਜੀ। ਤੇ ਸਭ ਤੋਂ ਪਹਿਲਾਂ ਲਾਹੌਰ ਨੂੰ ਰਾਜਧਾਨੀ ਕਿਸ ਨੇ ਬਣਾਇਆ? ਗੁਲਾਮ ਵੰਸ਼ ਦੇ ਵਿੱਚ ਹੋਏਗਾ ਕੁਤਬਦੀਨ ਐਬਕ। ਇਹਨਾਂ ਪੁਆਇੰਟਾਂ ਨੂੰ ਧਿਆਨ 'ਚ ਰੱਖਣਾ। ਅੱਗੇ ਚੱਲਦੇ ਹਾਂ ਜੀ। ਅੱਗੇ ਹੈ ਜੀ ਇਲਤੁਤਮਿਸ ਹੈ ਜਿਹੜਾ, ਉਹਨੇ ਦਿੱਲੀ ਸਲਤਨਤ ਦਾ ਅਸਲ ਮੋਢੀ ਮੰਨਿਆ ਜਾਂਦਾ ਹੈ ਇਲਤੁਤਮਿਸ ਨੂੰ। ਕਿਉਂਕਿ ਇਹਦੀ ਜਿਹੜੀ ਹੈਗੀ ਹੈ ਕਾਮਯਾਬੀ ਜਾਂ ਇਹਦੀਆਂ ਜਿਹੜੀਆਂ ਜਿੱਤਾਂ ਜਾਂ ਇਹਦੀ ਬਹਾਦਰੀ ਉਹ ਜ਼ਿਆਦਾ ਹੈ, ਰਾਜ ਜ਼ਿਆਦਾ ਟਾਈਮ ਕਰਦਾ ਹੈ ਨਾ। ਤਾਂ ਕਰਕੇ ਇਹਦੇ ਆਟੋਮੈਟਿਕ ਹੀ ਹੈ ਕਿ ਸਾਰੇ ਪ੍ਰਸ਼ਾਸਨਿਕ ਸੁਧਾਰ ਹੈ ਜਿਹੜੇ ਜਾਂ ਪ੍ਰਸ਼ਾਸਨਿਕ ਕੰਮ ਆ ਉਹ ਇਹਦੇ ਟਾਈਮ 'ਤੇ ਜ਼ਿਆਦਾ ਹੁੰਦੇ ਆ। ਇਲਤੁਤਮਿਸ ਨੂੰ ਦਿੱਲੀ ਸੰਸਥਾਪਕ ਜਾਂ ਦਿੱਲੀ ਸਲਤਨਤ ਦਾ ਅਸਲੀ ਮੋਢੀ ਮੰਨਿਆ ਜਾਂਦਾ ਹੈਗਾ। ਅਸਲੀ ਮੋਢੀ ਕੌਣ ਹੈ ਦਿੱਲੀ ਸਲਤਨਤ ਦਾ? ਤਾਂ ਉਹ ਇਲਤੁਤਮਿਸ ਹੈ। ਇਲਤੁਤਮਿਸ ਨੇ ਤਾਂਬੇ ਦਾ ਜੀਤਲ ਅਤੇ ਚਾਂਦੀ ਦਾ ਟਾਂਕਾ ਨਾਂ ਦੇ ਸਿੱਕੇ ਜਾਰੀ ਕੀਤੇ। ਇਹ ਅਰਬੀ ਸਿੱਕੇ ਸੀਗੇ। ਉਸਨੇ ਸਿੱਕਿਆਂ ਉੱਪਰ ਟਕਸਾਲ ਦੇ ਨਾਂ ਦੇ ਨਗਰ ਦਾ ਨਾਂ ਵੀ ਦਿੱਤਾ। ਠੀਕ ਹੈ ਜੀ। ਇਹਦੀ ਸਭ ਤੋਂ ਪਹਿਲਾਂ ਆਪਾਂ ਨੂੰ ਭਾਵ ਕੀ ਹੈ, ਇਸ ਟਾਈਮ 'ਤੇ ਉਦਾਹਰਨ ਮਿਲਦੀ ਹੈ ਕਿ ਜਿਹੜੇ ਸਿੱਕੇ ਜਾਰੀ ਕਰਦਾ ਉਹ ਤੇ ਕਿਹੜੀ ਟਕਸਾਲ ਦੇ ਵਿੱਚ ਬਣੇ ਆ ਅਤੇ ਕਿਹੜਾ ਨਗਰ ਆ ਉਹ ਵੀ ਨਾਲ ਅੰਕਿਤ ਕੀਤਾ ਜਾਂਦਾ। ਟਾਂਕੇ ਜਿਹੜੇ ਇਹਨੇ ਸਿੱਕੇ ਆ ਜਿਹੜੇ ਉਹ ਜਾਰੀ ਕੀਤੇ, ਜੀਤਲ ਹੈਗਾ ਜਿਹੜਾ ਤਾਂਬੇ ਦਾ ਸਿੱਕਾ ਹੈ ਅਤੇ ਚਾਂਦੀ ਦਾ ਜਿਹੜਾ ਹੈਗਾ ਟਾਂਕਾ। ਠੀਕ ਹੈ ਜੀ। ਅੱਗੇ ਹੈ ਜੀ 1229 ਈਸਵੀ ਵਿੱਚ ਉਸਨੇ ਬਗਦਾਦ ਤੋਂ ਦੇ ਖਲੀਫਾ ਤੋਂ ਸੁਲਤਾਨ ਦੀ ਉਪਾਧੀ ਪ੍ਰਾਪਤ ਕੀਤੀ ਹੈ। ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ। ਇਹ ਖਲੀਫਾ ਹੈ ਜਿਹੜਾ, ਠੀਕ ਹੈ ਜੀ, ਮੁਸਲਮਾਨ ਭਾਵ ਕਹਿ ਸਕਦੇ ਹਾਂ ਇਸਲਾਮ ਧਰਮ ਦੇ ਵਿੱਚ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਮੋਢੀ ਜਾਂ ਇੱਕ ਤਰ੍ਹਾਂ ਦਾ ਉਹਨਾਂ ਦਾ ਗੁਰੂ ਜੀ ਤੋਂ ਕਿ ਜਿਹੜਾ ਕਿ ਉਹਨਾਂ ਨੂੰ ਇਸਲਾਮ ਧਰਮ ਨੂੰ ਆਪਾਂ ਕਹਿ ਸਕਦੇ ਹਾਂ ਕਿ ਪੂਰਾ ਆਪਣਾ ਸੰਰਕਸ਼ਕ ਆ ਉਹਦਾ। ਠੀਕ ਹੈ। ਤਾਂ ਉਹ ਬਗਦਾਦ ਦੇ ਵਿੱਚ ਜਾਂਦਾ ਤਾਂ ਉੱਥੋਂ ਜਿਹੜਾ ਖਲੀਫਾ ਹੈ ਉਹ ਤੋਂ ਉਹ ਸੁਲਤਾਨ ਦੀ ਉਪਾਧੀ ਹਾਸਲ ਕਰ ਦਿੰਦਾ। ਇਕਤਾ ਪ੍ਰਣਾਲੀ ਸ਼ੁਰੂ ਕੀਤੀ ਹੈ ਇਸਨੇ। ਠੀਕ ਹੈ ਜੀ। ਇਕਤਾ ਪ੍ਰਣਾਲੀ ਸ਼ੁਰੂ ਕਰਨ ਵਾਲਾ ਕੌਣ ਹੈ? ਇਲਤੁਤਮਿਸ। ਤੁਰਕੇ ਚਹਿਲਗਾਨੀ ਦਾ ਨਿਰਮਾਣ ਕਰਦਾ ਇਹ। ਤੁਰਕੇ ਚਹਿਲਗਾਨੀ ਜਿਹੜੀ ਅੱਗੇ ਜਾ ਕੇ ਜਿਹਨੂੰ ਬਲਬਨ ਖਤਮ ਕਰਦਾ। ਠੀਕ ਹੈ ਜੀ। ਚਹਿਲਗਾਨੀ ਹੈ ਜਿਹੜੀ, ਉਹਨੂੰ ਕਿਹਾ ਜਾਂਦਾ ਤੁਰਕੇ ਚਹਿਲਗਾਨੀ ਦਾ ਨਿਰਮਾਣ ਕਰਦਾ, ਉਹਨੂੰ ਸ਼ੁਰੂ ਕਰਦਾ। ਇਹਦੇ 'ਚ ਕੀ ਹੁੰਦਾ? 40 ਗੁਲਾਮ ਸਰਦਾਰਾਂ ਦਾ ਗਠਨ ਹੁੰਦਾ। ਇਹ ਇਹਨਾਂ ਨੂੰ 40 ਕਹਿੰਦੇ ਸੀ। ਠੀਕ ਹੈ ਜੀ। 40 ਨੂੰ ਸ਼ੁਰੂ ਕਰਨ ਵਾਲਾ ਇਲਤੁਤਮਿਸ ਹੈ, ਖ਼ਤਮ ਕਰਨ ਵਾਲਾ ਬਲਬਨ ਹੈ। ਇਹ ਚੀਜ਼ ਧਿਆਨ 'ਚ ਰੱਖਣੀ। ਇਸ ਨੇ ਦਿੱਲੀ ਦੇ ਅਮੀਰਾਂ ਦਾ ਦਮਨ ਕੀਤਾ, ਕੁਤਬ ਮੀਨਾਰ ਨੂੰ ਪੂਰਾ ਕਰਵਾਇਆ। ਸ਼ੇਖ ਨਕਸ਼ਵੀ ਨੂੰ ਉਹ ਆਪਣਾ ਪਿਤਾ ਮੰਨਦਾ ਸੀ। ਠੀਕ ਹੈ ਜੀ। ਸ਼ੇਖ ਨਕਸ਼ਵੀ ਹੈ, ਉਹਨੂੰ ਇਹ ਆਪਦਾ ਪਿਤਾ ਮੰਨਦਾ ਸੀਗਾ। ਕੁਤਬ ਮੀਨਾਰ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਉਸਨੇ ਆਪਣੇ ਪੁੱਤਰ ਨਾਸਰੁਦੀਨ ਦਾ ਮਕਬਰਾ ਬਣਾਉਂਦਾ। ਵਿਸ਼ਾਲ ਮਕਬਰੇ ਦਾ ਸਭ ਤੋਂ ਪੁਰਾਣਾ ਨਮੂਨਾ ਇਹ। ਠੀਕ ਹੈ ਜੀ। ਹੁਣ ਦੇਖੋ, ਕੁਤਬ ਮੀਨਾਰ ਤੋਂ 5 ਕਿਲੋਮੀਟਰ ਦੂਰ ਉਹਦੇ ਪੁੱਤਰ ਦੀ ਜਦੋਂ ਮੌਤ ਹੁੰਦੀ ਹੈ, ਉਹਦੀ ਯਾਦ ਦੇ ਵਿੱਚ ਉਹ ਆਪਣਾ ਪੁੱਤਰ ਹੈ ਜਿਹੜਾ ਨਾਸਰੁਦੀਨ, ਉਸਦਾ ਨਾਸਰੁਦੀਨ ਉਹਦਾ ਮਕਬਰਾ ਬਣਾਉਂਦਾ ਉਹ ਆਪਣੇ ਪੁੱਤਰ ਦਾ। ਅਤੇ ਇਹ ਸਭ ਤੋਂ ਪੁਰਾਣਾ ਮਕਬਰਾ ਹੈ। ਵਿਸ਼ਾਲ ਮਕਬਰੇ ਦਾ ਸਭ ਤੋਂ ਪੁਰਾਣਾ ਨਮੂਨਾ। ਠੀਕ ਹੈ ਜੀ। ਸਭ ਤੋਂ ਪੁਰਾਣਾ ਨਮੂਨਾ ਵਿਸ਼ਾਲ ਮਕਬਰੇ ਦਾ। ਸਿੱਧੇ ਕਈ ਵਾਰੀ ਕੁਐਸਚਨ ਆ ਜਾਂਦਾ ਹੁੰਦਾ ਕਿ ਵਿਸ਼ਾਲ ਮਕਬਰੇ ਦਾ ਸਭ ਤੋਂ ਪੁਰਾਣਾ ਨਮੂਨਾ ਕਿਹੜਾ ਹੈਗਾ ਜਾਂ ਕਿਹੜਾ ਮਕਬਰਾ ਉਹ? ਤਾਂ ਨਾਸਰੁਦੀਨ ਦਾ ਮਕਬਰਾ ਜਿਹੜਾ ਕੁਤਬ ਮੀਨਾਰ ਤੋਂ 5 ਕਿਲੋਮੀਟਰ ਦੂਰ ਬਣਦਾ। 29 ਅਪ੍ਰੈਲ 1236 ਈਸਵੀ ਨੂੰ ਬਿਮਾਰ ਹੋਣ ਕਾਰਨ ਇਲਤੁਤਮਿਸ ਦੀ ਮੌਤ ਹੋ ਜਾਂਦੀ ਹੈ। 2 ਡੇਟਸ ਮਿਲਦੀਆਂ ਆਪਾਂ, ਕੁਛ ਬੁੱਕਸ 'ਤੇ 29 ਹੈ, ਕੁਛ ਬੁੱਕਸ 'ਤੇ 30 ਅਪ੍ਰੈਲ ਹੈ। ਠੀਕ ਹੈ ਜੀ। ਤਾਂ 1236 ਈਸਵੀ ਦੇ ਵਿੱਚ ਜਦੋਂ ਇਹਦੀ ਮੌਤ ਹੁੰਦੀ ਹੈ ਤਾਂ ਉਹਦੇ ਬਿਮਾਰ ਹੁੰਦਾ ਕੌਣ? ਇਲਤੁਤਮਿਸ। ਅੱਗੇ ਹੈ ਜੀ ਸਾਨੂੰ ਇਲਤੁਤਮਿਸ ਦੀ ਮੌਤ ਤੋਂ ਬਾਅਦ ਹੈ ਜਿਹੜਾ ਉਸਦਾ ਪੁੱਤਰ ਰੁਕਨੁਦੀਨ ਫਿਰੋਜ਼ ਗੱਦੀ 'ਤੇ ਬੈਠਦਾ। ਇਹਨੂੰ ਧਿਆਨ 'ਚ ਰੱਖਣਾ। ਇਲਤੁਤਮਿਸ ਦੀ ਮੌਤ ਤੋਂ ਬਾਅਦ ਕੌਣ ਗੱਦੀ 'ਤੇ ਬੈਠਿਆ? ਰੁਕਨੁਦੀਨ ਫਿਰੋਜ਼। ਤੁਰਕ ਅਮੀਰਾਂ ਦੇ ਪ੍ਰਭਾਵ ਕਾਰਨ ਉਸ ਨੂੰ ਗੱਦੀ ਤੋਂ ਹਟਾ ਦਿੱਤਾ ਜਾਂਦਾ। ਹੁਣ ਤੁਰਕ ਅਮੀਰ ਹੈ ਜਿਹੜੇ ਉਹਨੂੰ ਭਾਵ ਕਮਜ਼ੋਰ ਸ਼ਾਸਕ ਸਮਝਦੇ ਆ ਤਾਂ ਉਹਨੂੰ ਗੱਦੀ ਤੋਂ ਹਟਾ ਦਿੰਦੇ ਆ। ਤਾਂ ਇਲਤੁਤਮਿਸ ਦੀ ਪੁੱਤਰੀ ਹੈ ਜਿਹੜੀ ਉਹ ਰਜੀਆ ਸੁਲਤਾਨਾ ਹੈ ਜਿਹੜੀ, ਠੀਕ ਹੈ ਜੀ, 1236 ਤੋਂ 1240 ਈਸਵੀ ਤੱਕ ਰਾਜ ਕਰਦੀ ਹੈ, ਰਾਜ ਗੱਦੀ 'ਤੇ ਬੈਠਦੀ ਹੈ। ਸਾਰੇ ਇਤਿਹਾਸ ਦੇ ਵਿੱਚ, ਠੀਕ ਹੈ ਜੀ, ਅਤੇ ਖਾਸ ਕਰਕੇ ਮੁਗਲ ਇਤਿਹਾਸ ਦੇ ਵਿੱਚ ਸਭ ਤੋਂ ਪਹਿਲੀ ਅਤੇ ਆਖਰੀ ਔਰਤ ਹੈ ਜਿਹੜੀ ਸੁਲਤਾਨ ਬਣਦੀ ਹੈ। ਰਜੀਆ ਜਲਾਲੁਦੀਨ ਯਕੂਤ ਹੈ ਜਿਹੜਾ ਉਹਨੂੰ ਪਿਆਰ ਕਰਦੀ ਸੀ। ਉਹ ਕਿਸੇ ਇੱਕ ਇਨਸਾਨ ਹੈ ਜਿਹਦਾ ਨਾਮ ਰਜੀਆ ਜਲਾਲੁਦੀਨ ਯਕੂਤ ਆ, ਉਹਨੂੰ ਉਹ ਪਿਆਰ ਕਰਦੀ ਸੀ। ਰਜੀਆ ਯਕੂਤ ਨਾਲ ਜਿਹੜੀ ਹੈਗੀ ਆ ਬਠਿੰਡਾ ਆਪਣਾ ਜਿਹੜਾ ਮਾਲਵੇ ਦਾ ਇਲਾਕਾ, ਠੀਕ ਹੈ ਜੀ, ਬਠਿੰਡੇ ਦੇ ਵਿੱਚ ਦੇ ਰਾਜੇ ਅਲਤੂਨੀਆ ਨੂੰ ਹਰਾਉਣ ਲਈ ਗਈ ਪਰ ਖੁਦ ਹਾਰੀ। ਕੈਦ ਸਮੇਂ ਅਲਤੂਨੀਆ ਨੇ ਨੂੰ ਆਪਣੇ ਜਿਹੜੇ ਹੈਗਾ ਪਿਆਰ ਦੇ ਜਾਲ ਵਿੱਚ ਫਸਾ ਕੇ ਉਸ ਨਾਲ ਵਿਆਹ ਕੀਤਾ। ਹੁਣ ਹੁੰਦਾ ਕੀ ਹੈ, ਇਹਨੂੰ ਥੋੜ੍ਹਾ ਜਿਹਾ ਧਿਆਨ 'ਚ ਇਹ ਸਟੋਰੀ ਨੂੰ ਸਮਝ ਲਿਓ ਕਿ ਜਿਹੜੀ ਰਜੀਆ ਹੈਗੀ ਉਹ ਪਿਆਰ ਕਰਦੀ ਹੈ ਯਕੂਤ ਨੂੰ, ਠੀਕ ਹੈ ਜੀ, ਜਲਾਲੁਦੀਨ ਯਕੂਤ ਇਹਨੂੰ ਪਿਆਰ ਕਰਦੀ ਹੈ। ਪਰ ਜਿਹੜੇ ਅਮੀਰ ਹੁੰਦੇ ਆ ਉਹ ਇਹਨਾਂ ਨੂੰ ਭਾਵ ਇੱਕ ਤਰ੍ਹਾਂ ਨਾਲ ਥੋੜ੍ਹਾ ਜਿਹਾ ਨੀਚੀ ਜਾਤੀ ਕਹਿ ਲਓ ਜਾਂ ਹੈ ਨਾ, ਜਾਂ ਆਪਾਂ ਕਹਿ ਲਓ ਵੀ ਉਹਦੇ ਲੈਵਲ ਦਾ ਨਹੀਂ ਹੁੰਦਾ, ਤਾਂ ਉਹਦਾ ਉਹ ਵਿਰੋਧ ਕਰਦੇ ਆ ਨਾ ਯਕੂਤ ਦਾ। ਇਹ ਭਾਵ ਇਹਨਾਂ ਦੇ ਤਬੀਲੇ ਤਬੂਲੇ 'ਚ ਕੰਮ ਕਰਦਾ ਹੁੰਦਾ, ਤਾਂ ਉਹਦਾ ਜਦੋਂ ਵਿਰੋਧ ਕਰਦੇ ਹੈਗੇ ਤਾਂ ਫਿਰ ਇਹ ਜਿਹੜੀ ਹੈਗੀ ਰਜੀਆ ਇਹਨੂੰ ਵੀ ਪਤਾ ਹੁੰਦਾ ਵੀ ਇਹ ਗੱਲ ਜਿਹੜੀ ਹੈਗੀ ਉਹਦੀ ਸਿਰੇ ਨਹੀਂ ਲੱਗ ਰਹੀ ਹੁੰਦੀ, ਠੀਕ ਹੈ। ਤਾਂ ਜਿਹੜਾ ਹੈਗਾ ਉਹ ਯਕੂਤ ਦੇ ਨਾਲ ਫਿਰ ਬਠਿੰਡਾ ਜਿਹੜਾ ਆਪਣਾ ਨਾ
ਬਠਿੰਡਾ ਜ਼ਿਲ੍ਹਾ। ਤਾਂ ਇੱਥੇ ਜਿਹੜੇ ਹੈਗੇ ਅਟੈਕ ਕਰਦੀ ਆ ਉਹ ਜਕੂਤ ਦੇ ਨਾਲ ਫੌਜ ਲੈ ਕੇ ਆਉਂਦੀ ਹੈ ਕਿ ਵੀ ਉਹ ਕਿਲੇ ਨੂੰ ਜਿੱਤਿਆ ਜਾਵੇ। ਬਠਿੰਡੇ ਦਾ ਉਦੋਂ ਨਾਂ ਹੈਗਾ ਬੱਚੇ ਤਾਬਰੇ ਹਿੰਦ, ਠੀਕ ਹੈ ਜੀ, ਤਾਬਰੇ ਹਿੰਦ ਦੇ ਨਾਮ ਨਾਲ ਉਦੋਂ ਜਾਣਿਆ ਜਾਂਦਾ ਬਠਿੰਡੇ ਨੂੰ। ਤਾਂ ਇੱਥੋਂ ਦਾ ਰਾਜਾ ਹੈਗਾ ਅਲਤੂਨੀਆ। ਅਲਤੂਨੀਆ ਜਿਹੜਾ ਇਹਨੂੰ ਹਰਾਉਣ ਦੇ ਲਈ ਜਾਂਦੀ ਹੈ। ਹੁਣ ਜਿਹੜਾ ਅਲਤੂਨੀਆ ਜਕੂਤ ਇੱਥੇ ਯੁੱਧ ਦੇ ਵਿੱਚ ਮਾਰਿਆ ਜਾਂਦਾ, ਕੁਛ ਕਹਿੰਦੇ ਵੀ ਉਹਨੂੰ ਮਰਾਤਾ, ਠੀਕ ਹੈ, ਕੁਛ ਕਹਿੰਦੇ ਮਾਰਿਆ ਜਾਂਦਾ, ਅਲੱਗ-ਅਲੱਗ ਇਤਿਹਾਸਕਾਰਾਂ ਦੇ ਵਿਚਾਰ ਹੈ, ਪਰ ਆਪਾਂ ਕਹਿ ਸਕਦੇ ਹਾਂ ਕਿ ਜਕੂਤ ਦਾ ਅੰਤ ਹੋ ਜਾਂਦਾ ਹੈ ਯੁੱਧ ਦੇ ਵਿੱਚ। ਤਾਂ ਅਲਤੂਨੀਆ ਜਿਹੜਾ ਰਾਜਾ ਬਠਿੰਡੇ ਦਾ, ਤਾਬਰੇ ਹਿੰਦ ਦਾ ਰਾਜਾ ਜਿਹੜਾ, ਉਹ ਜਦੋਂ ਇਹਦੇ ਨਾਲ ਯੁੱਧ ਲੜਦਾ ਤਾਂ ਰਜੀਆ ਇਸ ਯੁੱਧ ਦੇ ਵਿੱਚ ਹਾਰ ਜਾਂਦੀ ਹੈ, ਬਹੁਤ ਬੁਰੀ ਤਰ੍ਹਾਂ ਹਾਰਦੀ ਹੈ। ਤਾਂ ਰਜੀਆ ਨੂੰ ਜਿਹੜਾ ਹੈਗਾ ਅਲਤੂਨੀਆ ਉਹ ਲਾਲ ਕਿਲ੍ਹਾ ਸੌਰੀ ਕਹੀ ਜਾਂਦੇ ਆ, ਜਿਹੜਾ ਬਠਿੰਡੇ ਦਾ ਕਿਲ੍ਹਾ ਹੈ, ਠੀਕ ਹੈ, ਮੌਜੂਦਾ ਹੁਣ ਵੀ ਹੈ, ਉਹਦੇ ਵਿੱਚ ਕੈਦ ਕਰ ਲੈਂਦਾ। ਜਦੋਂ ਕੈਦ ਕਰ ਲੈਂਦਾ ਤਾਂ ਉਹ ਇਹਨੂੰ ਜਿਹੜਾ ਹੈਗਾ ਪਰਪਸ ਦੇ ਦਿੰਦੀ ਹੈ ਆਪਣੇ ਅਲਤੂਨੀਆ ਨੂੰ ਕਿ ਉਸ ਦੇ ਨਾਲ ਮੈਰਿਜ ਕਰਵਾਵੇ ਅਤੇ ਅੱਗੇ ਜਾ ਕੇ ਦਿੱਲੀ ਦਾ ਸ਼ਾਸਨ ਉਹ ਸੰਭਾਲੇ, ਠੀਕ ਹੈ। ਭਾਵ ਕਿ ਉਹਨੂੰ ਵੀ ਲੋੜ ਹੈ, ਕਿਉਂਕਿ ਉਹ ਦੱਸ ਦਿੰਦੀ ਹੈ ਉਹਨੂੰ ਵੀ ਕਿਵੇਂ ਅਮੀਰ ਉਹਦੇ ਉਲਟ ਹੈ, ਠੀਕ ਹੈ, ਤੁਰਕ ਅਮੀਰ ਕਿਵੇਂ ਉਲਟ ਹੈ। ਤਾਂ ਫਿਰ ਇਹ ਦੋਨੇ ਜਾਣੇ ਜਿਹੜੇ ਹੈਗੇ ਆ ਵਿਆਹ ਸੰਬੰਧ ਦੇ ਵਿੱਚ ਬੰਨੇ ਜਾਂਦੇ ਆ। ਹੁੰਦਾ ਕੀ ਹੈ, ਜਦੋਂ ਇਹ ਫਿਰ ਆਪਦੀਆਂ ਫੌਜਾਂ ਲੈ ਕੇ, ਇਹ ਅਲਤੂਨੀਆ ਜਿਹੜਾ ਰਾਜਾ ਹੈ ਰਜੀਆ ਦੇ ਨਾਲ ਆਪਦੀਆਂ ਫੌਜਾਂ ਲੈ ਕੇ ਦਿੱਲੀ ਵੱਲ ਵੱਧਦਾ, ਤਾਂ ਕੈਂਥਲ ਦਾ ਇਲਾਕਾ ਜਿਹੜਾ ਹੈਗਾ ਨਾ, ਕੈਂਥਲ ਦਾ ਇਲਾਕਾ ਤਾਂ ਜਾਣਦੇ ਹੋ ਤੁਸੀਂ। ਤਾਂ ਕੈਂਥਲ ਦੇ ਇਲਾਕੇ ਦੇ ਵਿੱਚ ਜਿਹੜੇ ਤੁਰਕ ਅਮੀਰਾਂ ਦੇ ਬੰਦੇ ਭੇਜੇ ਹੁੰਦੇ ਆ, ਉਹ ਇਹਨਾਂ ਦੋਨਾਂ ਦੇ ਨਾਲ ਯੁੱਧ ਲੜਦੇ ਆ ਅਤੇ ਇਹਨਾਂ ਦੋਨਾਂ ਨੂੰ ਜਿਹੜਾ ਹੈਗਾ ਕਤਲ ਕਰ ਦਿੰਦੇ ਆ। ਇਹਨਾਂ ਦੋਨਾਂ ਦਾ ਖਾਤਮਾ ਹੋ ਜਾਂਦਾ ਹੈ 1240 ਈਸਵੀ ਦੇ ਵਿੱਚ, ਠੀਕ ਹੈ ਜੀ, ਸਮਝ ਕੇ। ਅੱਗੇ ਹੈ ਜੀ ਆਪਣਾ ਜਿਹੜੀ ਹੈਗੀ ਰਜੀਆ ਜਲਾਲੂਦੀਨ ਜਕੂਤ ਨੂੰ ਪਿਆਰ ਕਰਦੀ ਸੀ, ਅਤੇ ਇੱਥੋਂ ਤੱਕ ਇਹਨਾਂ ਦੇ ਕਤਲ ਤੱਕ ਆਪਾਂ ਸਾਰਾ ਕਰ ਹਟੇ ਹਾਂ। ਅੱਗੇ ਹੈ ਜੀ ਤੁਰਕੀ ਸਰਦਾਰਾਂ ਨੇ ਬਹਿਰਾਮ ਸ਼ਾਹ ਨੂੰ ਗੱਦੀ 'ਤੇ ਬਿਠਾਤਾ। ਜਦੋਂ ਇਹਦੀ ਮੌਤ ਹੋ ਜਾਂਦੀ ਹੈ ਰਜੀਆ ਦੀ, ਅਤੇ ਅਲਤੂਨੀਆ ਵੀ ਨਾਲ ਹੀ ਮਾਰਿਆ ਜਾਂਦਾ, ਤਾਂ ਤੁਰਕੀ ਦੇ ਸਰਦਾਰ ਹੈ ਜਿਹੜੇ, ਜਾਂ ਤੁਰਕੀ ਅਮੀਰ ਹੈ ਜਿਹੜੇ, ਉਹ ਬਹਿਰਾਮ ਸ਼ਾਹ ਨੂੰ ਗੱਦੀ 'ਤੇ ਬਿਠਾਉਂਦੇ ਆ। ਰਜੀਆ ਬਿਨਾਂ ਬੁਰਕੇ ਦਰਬਾਰ ਵਿੱਚ ਆਉਂਦੀ ਸੀ। ਇਹਦਾ ਵਿਰੋਧ ਕਿਉਂ ਹੁੰਦਾ? ਉਹ ਬਿਨਾਂ ਬੁਰਕੇ ਦੇ ਦਰਬਾਰ 'ਚ ਆਉਂਦੀ ਸੀ, ਉਹ ਇਸਲਾਮ ਧਰਮ ਦੇ ਨੂੰ ਉਲਟ ਸਮਝਦੇ ਆ, ਠੀਕ ਹੈ ਜੀ। ਮਰਦਾਂ ਵਾਲੇ ਕੱਪੜੇ ਪਹਿਨਦੀ ਸੀ, ਉਹ ਇਹਦੇ ਉਲਟ ਸਮਝਦੇ ਆ। ਪਹਿਲੀ ਅਤੇ ਆਖਰੀ ਮਹਿਲਾ ਮੁਗਲ ਸ਼ਾਸਕ ਸੀ। ਇਹ ਪੁਆਇੰਟਾਂ ਨੂੰ ਯਾਦ 'ਚ ਰੱਖਿਓ। ਰਜੀਆ ਅਤੇ ਅਲਤੂਨੀਆ ਨੂੰ ਕੈਂਥਲ ਦੇ ਸਥਾਨ 'ਤੇ ਹਰਾ ਕੇ ਕਤਲ ਕੀਤਾ ਗਿਆ। ਇਹ ਆਪਾਂ ਪਹਿਲਾਂ ਕਹਾਣੀ ਦੇ ਵਿੱਚ ਤੁਹਾਨੂੰ ਮੈਂ ਸਟੋਰੀ ਦੇ ਵਿੱਚ ਇਹ ਸਾਰਾ ਦੱਸ ਚੁੱਕਿਆ। 1236 ਤੋਂ 1266 ਤੱਕ ਆ ਜਿਹੜੇ ਤੁਰਕੀ ਸਰਦਾਰਾਂ ਕੋਲ ਅਸਲੀ ਸ਼ਕਤੀ ਸੀ। 1236 ਤੋਂ 1266 ਈਸਵੀ ਤੱਕ ਜਿਹੜਾ ਅਸਲੀ ਸ਼ਾਸਕ ਹੈ, ਭਾਵ ਉਹਨੂੰ ਸੱਤਾ ਨੂੰ ਚਲਾਉਣ ਦਾ ਜ਼ਿੰਮੇਵਾਰ ਹੈ ਜਿਹੜੇ, ਉਹ ਤੁਰਕੀ ਦੇ ਸਰਦਾਰ ਹੈ। ਬਹਿਰਾਮ ਸ਼ਾਹ 1240 ਈਸਵੀ ਤੋਂ 1242 ਈਸਵੀ ਹੈ ਜਿਹੜਾ, ਉਹ ਗੱਦੀ 'ਤੇ ਬੈਠਦਾ। ਇਲਤੁਤਮਿਸ ਦਾ ਇਹ ਤੀਜਾ ਪੁੱਤਰ ਸੀਗਾ। ਅਲਾਉਦੀਨ ਮਸੂਦ ਜਿਹੜਾ ਹੈਗਾ 1242 ਤੋਂ 1246 ਈਸਵੀ ਤੱਕ ਗੱਦੀ 'ਤੇ ਬੈਠਦਾ। ਇਹ ਇਲਤੁਤਮਿਸ ਦਾ ਪੋਤਾ ਸੀ, ਪੋਤਰਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਠੀਕ ਹੈ ਜੀ, ਭਾਵ ਉਹਦੇ ਪੁੱਤਰ ਦਾ ਬੇਟਾ ਅਲਾਉਦੀਨ ਮਸੂਦ। 1242 ਤੋਂ 1246 ਇਹ ਰਾਜ ਗੱਦੀ 'ਤੇ ਬੈਠਦਾ ਹੈ। ਹੁਣ ਅੱਗੇ ਕੀ ਹੁੰਦਾ ਜੀ, ਜਿਹੜਾ ਬਲਬਨ ਹੈ ਉਹਨੇ ਮੰਗੋਲਾਂ ਨੂੰ ਹਰਾ ਕੇ ਇਸ ਕਾਲ ਦੇ ਵਿੱਚ ਪ੍ਰਸਿੱਧੀ ਹਾਸਲ ਕਰ ਲੈਂਦਾ। ਉਹ ਅਲਾਉਦੀਨ ਮਸੂਦ ਦੇ ਟਾਈਮ 'ਤੇ 1240 ਤੋਂ ਲੈ ਕੇ 1246 ਤੱਕ ਜਿਹੜਾ ਬਲਬਨ ਹੈ ਉਹ ਇੱਕ ਚਿਹਰਾ ਬਣ ਜਾਂਦਾ ਹੈ, ਭਾਵ ਉੱਗਰ ਕੇ ਸਾਹਮਣੇ ਆਉਣ ਲੱਗ ਜਾਂਦਾ ਕਿ ਇੱਕ ਸ਼ਾਸਕ ਜਾਂ ਇੱਕ ਬਲਵਾਨ ਜਿਹੜਾ ਸ਼ਾਸਕ ਆ ਉਹ ਸਾਡੇ ਕੋਲ ਹੈਗਾ। ਤਾਂ ਅੱਗੇ ਹੈ ਜੀ ਨਾਸਰੂਦੀਨ ਮਹਿਮੂਦ ਹੈ ਜਿਹੜਾ 1246 ਤੋਂ 1266 ਈਸਵੀ ਤੱਕ ਗੱਦੀ 'ਤੇ ਬੈਠਦਾ। ਗੱਦੀ 'ਤੇ ਬਿਠਾਉਣ ਵਾਲਾ ਇਹਨੂੰ ਬਲਬਨ ਹੈ। ਇਸ ਦੀਆਂ ਸ਼ਕਤੀਆਂ ਦੀ ਵਰਤੋਂ ਅਸਲ ਵਿੱਚ ਬਲਬਨ ਹੀ ਕਰਦਾ ਸੀ। ਨਾਸਰੂਦੀਨ ਮਹਿਮੂਦ ਹੈ ਜਿਹੜਾ, ਉਹ ਸਿਰਫ ਇੱਕ ਨਾਂ ਦਾ ਰਾਜਾ ਸੀ। ਉਹਦੀਆਂ ਸ਼ਕਤੀਆਂ ਦੀ ਵਰਤੋਂ ਹੈ ਜਿਹੜਾ ਉਹ ਬਲਬਨ ਕਰਦਾ ਸੀ। ਇਸ ਨੇ ਬਲਬਨ ਨੂੰ 1249 ਈਸਵੀ ਦੇ ਵਿੱਚ ਉਲਗ ਖਾਂ ਦੀ ਉਪਾਧੀ ਦਿੱਤੀ ਸੀ। ਤਾਂ ਉਲਗ ਖਾਂ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਬਲਬਨ ਦੇ ਨਾਲ। ਬਲਬਨ ਦਾ ਦੂਜਾ ਨਾਂ ਉਲਗ ਖਾਂ। ਉਲਗ ਖਾਂ ਕੀ ਹੈ? ਉਪਾਧੀ। ਉਲਗ ਖਾਂ ਦੀ ਉਪਾਧੀ ਬਲਬਨ ਨੂੰ ਕਿਹਨੇ ਦਿੱਤੀ ਸੀ? ਨਾਸਰੂਦੀਨ ਮਹਿਮੂਦ ਨੇ। 1266 ਈਸਵੀ ਦੇ ਵਿੱਚ ਨਾਸਰੂਦੀਨ ਮਹਿਮੂਦ ਹੈ ਜਿਹੜਾ, ਉਹਦੀ ਮੌਤ ਹੋ ਜਾਂਦੀ ਹੈ, ਅਤੇ ਬਲਬਨ ਹੈ ਜਿਹੜਾ ਉਹ ਆਪ ਸੁਲਤਾਨ ਬਣ ਜਾਂਦਾ ਹੈ, ਠੀਕ ਹੈ ਜੀ। ਅੱਗੇ ਆਪਾਂ ਕਰਦੇ ਹਾਂ ਬਲਬਨ ਦਾ ਟਾਈਮ ਹੈ ਜਿਹੜਾ ਹੈਗਾ ਜੀ ਆਪਣੇ ਕੋਲ 1266 ਤੋਂ 1286 ਈਸਵੀ। ਇਲਤੁਤਮਿਸ ਨੂੰ ਜਿਹੜਾ ਹੈਗਾ ਇਲਤੁਤਮਿਸ ਉਹ ਇਹਨੂੰ ਖਵਾਜਾ ਜਮਾਲੂਦੀਨ ਤੋਂ ਖਰੀਦਿਆ ਸੀਗਾ ਬਲਬਨ ਨੂੰ। ਅਸਲੀ ਇਹਦਾ ਨਾਂ ਬਹਾਉਦੀਨ ਸੀ। 1246 ਈਸਵੀ ਦੇ ਵਿੱਚ ਜਿਹੜਾ ਹੈਗਾ ਮਸੂਦ ਦੀ ਥਾਂ ਨਾਸਰੂਦੀਨ ਮਹਿਮੂਦ ਨੂੰ ਸ਼ਾਸਕ ਬਣਾਉਂਦਾ। ਇਹ ਬਲਬਨ ਨੇ ਲਹੂ ਅਤੇ ਲੋਹੇ ਦੀ ਨੀਤੀ ਅਪਣਾਈ ਹੈ, ਭਾਵ ਕੀ ਹੈ, ਜਿਹੜਾ ਮਿਲਾਂ ਦਾ ਦਮਨ ਕੀਤਾ। ਮਿਲਾਂ ਇੱਕ ਸੰਪਰਦਾਇ ਹੈ, ਉਹਨਾਂ ਦਾ ਇਹ ਦਮਨ ਕਰਦਾ ਹੈ। ਹੁਣ ਲਹੂ ਅਤੇ ਲੋਹੇ ਦੀ ਨੀਤੀ ਦਾ ਮਤਲਬ ਕੀ ਹੈ ਕਿ ਜੈਸੇ ਕੋ ਤੈਸਾ, ਵੀ ਭਾਵ ਕੀ ਹੈ, ਲੜ ਕੇ ਅਤੇ ਕਤਲੋਗਾਰਤ ਕਰਕੇ ਹੀ ਜਿਹੜਾ ਹੈਗਾ ਵਿਰੋਧੀ ਦਾ ਦੁਸ਼ਮਣ ਦਾ ਨਾਸ਼ ਕਰਨਾ। ਇਸ ਨੇ ਦਰਬਾਰ ਵਿੱਚ ਸਜਦਾ ਅਤੇ ਪਾਏਬੋਸ ਦੋ ਪ੍ਰਥਾ ਚਲਾਈਆਂ ਸੀ। ਸਜਦਾ ਦਾ ਮਤਲਬ ਹੈਗਾ ਜੀ ਗੋਡਿਆਂ ਦੇ ਭਾਰ 'ਤੇ ਬੈਠ ਕੇ, ਅਤੇ ਪਾਏਬੋਸ ਦਾ ਮਤਲਬ ਹੈਗਾ ਜੀ ਸੁਲਤਾਨ ਦੇ ਪੈਰ ਚੁੰਮਣੇ। ਗੋਡਿਆਂ ਦੇ ਭਾਵ ਕੀ ਹੈ? ਗੋਡੇ ਲਾ ਕੇ ਧਰਤੀ 'ਤੇ ਬੈਠਣਾ ਅਤੇ ਮੁੜ ਕੇ ਜਿਹੜਾ ਹੈਗਾ ਸੁਲਤਾਨ ਦੇ ਪੈਰਾਂ ਨੂੰ ਚੁੰਮਣਾ। ਇਹਨੂੰ ਕਹਿੰਦੇ ਆ ਸਜਦਾ ਅਤੇ
ਪਾਇਬੋਸ ਪ੍ਰਥਾ ਇਹਨੂੰ ਚਲਾਉਣ ਵਾਲਾ ਬਲਬਨ ਹੈ। ਇਹ ਨੈਟ ਦੇ ਐਗਜ਼ਾਮ ਦੇ ਵਿੱਚ ਵੀ ਆਏ ਹੋਏ ਕੁਐਸਚਨ ਹੈ। ਬਰਨੀ ਦੀ ਪੁਸਤਕ ਤਰੀਖੇ ਫਿਰੋਜ਼ਸ਼ਾਹੀ ਵਿੱਚ ਬਲਬਨ ਦੇ ਰਾਜ ਪ੍ਰਬੰਧ ਦਾ ਵਰਣਨ ਹੈ। ਠੀਕ ਹੈ ਜੀ, ਕਿਵੇਂ ਦਾ ਉਹਦਾ ਸਿਸਟਮ ਸੀ ਸਾਰਾ, ਉਹਦਾ ਵਰਣਨ ਹੈਗਾ ਸਾਨੂੰ ਬਰਨੀ ਦੀ ਪੁਸਤਕ ਦੇ ਵਿੱਚ ਮਿਲਦਾ ਹੈ, ਜਿਹਦਾ ਨਾਮ ਹੈ ਤਰੀਖੇ ਫਿਰੋਜ਼ਸ਼ਾਹੀ। ਫਿਰਦੌਸੀ ਦੀ ਰਚਨਾ ਸ਼ਾਹਨਾਮਾ ਵਿੱਚ ਅਫਰਾ ਸਿਆਬ ਦੇ ਵੰਸ਼ ਚੋਂ ਮੰਨਿਆ ਹੈ। ਠੀਕ ਹੈ, ਫਿਰਦੌਸੀ ਦੀ ਰਚਨਾ ਹੈ ਇੱਕ ਸ਼ਾਹਨਾਮਾ, ਉਹਨੇ ਕੀ ਹੈ ਇਹਨੂੰ ਅਫਰਾ ਸਿਆਬ ਦੇ ਵੰਸ਼ ਚੋਂ ਮੰਨਿਆ ਬਲਬਨ ਨੂੰ। ਬਲਬਨ ਨੇ ਦੀਵਾਨ ਅਰਜ ਵਿਭਾਗ ਦੀ ਸਥਾਪਨਾ ਕੀਤੀ ਹੈ। ਜਿਹੜਾ ਸੈਨਾ ਵਿਭਾਗ ਹੈ ਦੀਵਾਨ ਅਰਜ ਵਿਭਾਗ, ਸੈਨਾ ਦਾ ਵਿਭਾਗ ਹੈ ਇਹ, ਸੈਨਾ ਡਿਪਾਰਟਮੈਂਟ, ਇਹਦੀ ਸਥਾਪਨਾ ਕਰਨ ਵਾਲਾ ਬਲਬਨ ਹੈ। ਬਲਬਨ ਨੇ ਇਲਤੁਤਮਿਸ ਦੁਆਰਾ ਸਥਾਪਿਤ ਜਿਹੜੀ ਚਹਿਲਗਾਨੀ ਹੈ 40 ਉਹਦਾ ਖਾਤਮਾ ਕੀਤਾ ਹੈ। ਆਪਾਂ ਪਹਿਲਾਂ ਵੀ ਕਰ ਹਟੇ ਹਾਂ, ਇਹਨੂੰ ਧਿਆਨ 'ਚ ਰੱਖਣਾ। ਇਹਨੂੰ ਸ਼ੁਰੂ ਕਰਨ ਵਾਲਾ ਇਲਤੁਤਮਿਸ ਹੈ ਅਤੇ ਖਤਮ ਕਰਨ ਵਾਲਾ ਹੈਗਾ ਬਲਬਨ। ਬਲਬਨ ਦੇ ਦਰਬਾਰ ਵਿੱਚ ਫਾਰਸੀ ਦੇ ਪ੍ਰਸਿੱਧ ਕਵੀ ਅਮੀਰ ਖੁਸਰੋ ਅਤੇ ਅਮੀਰ ਹਸਨ ਰਹਿੰਦੇ ਸੀ। ਠੀਕ ਹੈ ਜੀ, ਦੋ ਫਾਰਸੀ ਦੇ ਪ੍ਰਸਿੱਧ ਕਵੀ ਸੀ ਅਮੀਰ ਖੁਸਰੋ ਅਤੇ ਅਮੀਰ ਹਸਨ, ਇਹ ਬਲਬਨ ਦੇ ਦਰਬਾਰ 'ਚ ਰਹਿੰਦੇ ਸੀ। ਇਹ ਨਿਜ਼ਾਮੂਦੀਨ ਔਲੀਆ ਦੇ ਚੇਲੇ ਸੀਗੇ। ਬਲਬਨ ਨੇ ਜ਼ਿਲ੍ਹੇ ਇਲਾਹੀ ਦੀ ਉਪਾਧੀ ਧਾਰਨ ਕੀਤੀ ਹੈ, ਈਸ਼ਵਰ ਦੀ ਛਾਂ। ਠੀਕ ਹੈ, ਸਿੱਕਿਆਂ 'ਤੇ ਵੀ ਲਿਖਾਇਆ ਇਹਨੇ ਇਹ ਜ਼ਿਲ੍ਹੇ ਇਲਾਹੀ। ਬੁਗਰਾ ਖਾਂ ਬਲਬਨ ਦਾ ਪੁੱਤਰ ਬੰਗਾਲ ਦਾ ਸੂਬੇਦਾਰ ਸੀ। ਹੁਣ ਇਹ ਬੁਗਰਾ ਖਾਂ ਦੇਖੋ ਅੱਗੇ ਜਾ ਕੇ ਕੀ ਆਪਦੇ ਜਿਹੜੇ ਹੈਗਾ ਕਿੰਨੀ ਇਹਦੀ ਕਾਰਵਾਈ ਹੈ, ਕਿੰਨੀਆਂ ਤਕੜੇ ਇਹਦੇ ਭਾਵ ਕੀ ਇਹ ਸੰਘਰਸ਼ ਹੈ ਜਿਹੜੇ ਇਹ ਸਲਤਨਤ ਦੇ ਲਈ ਲੜਦਾ। ਠੀਕ ਹੈ ਜੀ, ਖਾਸ ਕਰਕੇ ਬੰਗਾਲ ਦੇ ਵਿੱਚ, ਬੰਗਾਲ ਨੂੰ ਕਿਵੇਂ ਇਹ ਜਿਹੜਾ ਹੈਗਾ ਬਾਹਰੀ ਹਮਲਾਵਰਾਂ ਤੋਂ ਜਾਂ ਅੰਦਰੂਨੀ ਵਿਦਰੋਹਾਂ ਤੋਂ ਬਚਾ ਕੇ ਰੱਖਦਾ, ਇਹ ਵੀ ਇਹਦਾ ਬਹੁਤ ਯੋਗਦਾਨ ਹੈ ਜਦੋਂ ਤੁਸੀਂ ਥਿਊਰੀ ਪੜ੍ਹੋਗੇ। ਬੁਗਰਾ ਖਾਂ ਬਲਬਨ ਦਾ ਪੁੱਤਰ ਹੈ ਜਿਹੜਾ ਉਹ ਬੰਗਾਲ ਦਾ ਸੂਬੇਦਾਰ ਸੀ। ਬਲਬਨ ਦਾ ਵੱਡਾ ਪੁੱਤਰ ਮੁਹੰਮਦ ਖਾਂ 1286 ਈਸਵੀ ਦੇ ਵਿੱਚ ਮੰਗੋਲ ਸ਼ਾਸਕ ਤੈਮੂਰ ਖਾਂ ਨਾਲ ਲੜਦਾ ਹੋਇਆ ਮਾਰਿਆ ਜਾਂਦਾ। ਠੀਕ ਹੈ ਜੀ, ਅੱਗੇ ਹੈ ਜੀ ਬਲਬਨ ਦੀ ਮੌਤ 1286 ਈਸਵੀ ਵਿੱਚ ਆਪਣੀ ਪੁੱਤਰ ਦੀ ਮੌਤ ਦੇ ਵਿਯੋਗ ਕਾਰਨ ਹੁੰਦੀ ਹੈ। ਬਲਬਨ ਨੇ ਆਪਣਾ ਉੱਤਰਾਧਿਕਾਰੀ ਕੈਹ ਖੁਸਰੋ ਨੂੰ ਚੁਣਿਆ। ਹੁਣ ਕੀ ਹੁੰਦਾ ਹੈ, ਜਿਹੜਾ ਬਲਬਨ ਹੈ ਇਹਦੀ ਮੌਤ ਦਾ ਵਿਯੋਗ ਹੈ ਜਿਹੜਾ ਇਹਦਾ ਭਾਵ ਦੁੱਖ ਉਹ ਨਹੀਂ ਸਹਿਣ ਕਰ ਸਕਦਾ ਅਤੇ ਆਪ ਬਿਮਾਰ ਹੋ ਜਾਂਦਾ ਅਤੇ ਫਿਰ ਇਹਦੀ ਮੌਤ ਹੋ ਜਾਂਦੀ ਹੈ 1286 ਈਸਵੀ ਦੇ ਵਿੱਚ। ਕੈਹ ਖੁਸਰੋ ਨਾਂ ਦਾ ਇਹਦਾ ਉੱਤਰਾਧਿਕਾਰੀ ਹੈ ਜਿਹਨੂੰ ਇਹ ਰਾਜਾ ਬਣਾਉਂਦਾ। ਇਹ ਅਸਲ ਵਿੱਚ ਇਹਦੇ ਜਿਹੜਾ ਪੁੱਤ ਹੈ ਇਹਦਾ। ਬਲਬਨ ਦੀ ਮੌਤ ਤੋਂ ਬਾਅਦ ਕੈਕੂਬਾਦ ਰਾਜਗੱਦੀ 'ਤੇ ਬੈਠਿਆ। ਸਰਦਾਰਾਂ ਭਾਵ ਤੁਰਕੀ ਅਮੀਰਾਂ ਨੇ ਇਸ ਨੂੰ ਗੱਦੀ 'ਤੇ ਬਿਠਾਇਆ ਸੀ। ਠੀਕ ਹੈ ਜੀ, ਅੱਗੇ ਹੈ ਜੀ ਸਾਡਾ ਕੈਕੂਬਾਦ ਹੈ ਜਿਹੜਾ, ਕੈਕੂਬਾਦ ਨੂੰ ਅਧਰੰਗ ਹੋ ਜਾਂਦਾ। ਠੀਕ ਹੈ ਜੀ, ਅਧਰੰਗ ਹੋ ਜਾਂਦਾ ਜਦੋਂ, ਜਿਸ ਕਾਰਨ ਤੁਰਕ ਸਰਦਾਰਾਂ ਜਾਂ ਅਮੀਰਾਂ ਨੇ ਕੈਕੂਬਾਦ ਦੇ ਬਾਲਕ ਪੁੱਤਰ ਸ਼ਮਸੂਦੀਨ ਕੈਊਮਰਸ ਨੂੰ 1290 ਈਸਵੀ ਦੇ ਵਿੱਚ ਗੱਦੀ 'ਤੇ ਬਿਠਾਉਂਦੇ ਆ। ਜਦੋਂ ਕੈਕੂਬਾਦ ਨੂੰ ਅਧਰੰਗ ਹੋ ਜਾਂਦਾ ਹੈ ਤਾਂ ਜਿਹੜੇ ਤੁਰਕੀ ਸਰਦਾਰ ਹੈ ਜਾਂ ਅਮੀਰ ਹੈ ਉਹ ਉਹਦੇ ਪੁੱਤਰ ਨੂੰ, ਜਿਹਦਾ ਨਾਮ ਹੈਗਾ ਸ਼ਮਸੂਦੀਨ ਕਿਊਮਰਸ, ਉਹਨੂੰ ਗੱਦੀ 'ਤੇ ਬਿਠਾ ਦਿੰਦੇ ਆ 1290 ਈਸਵੀ ਦੇ ਵਿੱਚ। ਇਹਨੂੰ ਬਾਲਕ ਸੁਲਤਾਨ ਵੀ ਕਿਹਾ ਜਾਂਦਾ। ਕਈ ਵਾਰ ਸਿੱਧਾ ਕੁਐਸਚਨ ਆ ਜਾਂਦਾ ਬਾਲਕ ਸੁਲਤਾਨ ਕੌਣ ਸੀ ਜਾਂ ਬਾਲਕ ਸੁਲਤਾਨ ਦੇ ਨਾਂ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ। ਤਾਂ ਕੈਕੂਬਾਦ 'ਚ ਨਾ ਰਹਿ ਜਾਓ, ਬਹੁਤ ਕਨਫਿਊਜ਼ਨ ਹੁੰਦੀ ਹੈ ਇਸ ਟਾਈਮ 'ਤੇ ਬੱਚਿਆਂ ਨੂੰ, ਕਿਉਂਕਿ 1290 ਤੱਕ ਆ ਨਾ ਰਾਜ ਉਹਦਾ ਵੀ, ਅਤੇ 1290 ਤੱਕ ਰਿਹਾ ਅਗਲਾ ਕਹਿੰਦਾ ਵੀ ਇਹੀ ਹੋਊਗਾ ਨਾ। ਤਾਂ ਕੈਕੂਬਾਦ ਦਾ ਪੁੱਤਰ ਸੀਗਾ ਜਿਹਦਾ ਨਾਂ ਸੀ ਸ਼ਮਸੂਦੀਨ ਕਿਊਮਰਸ। ਹੁਣ ਦੇਖੋ ਅੱਗੇ ਇਹਦੇ ਨਾਲ ਕੀ ਵਾਪਰਦਾ। ਜਿਹੜਾ ਹੈਗਾ ਜੀ ਜਲਾਲਉਦੀਨ ਹੈ ਜਿਹੜਾ ਫਿਰੋਜ਼ ਖਲਜੀ, ਜਲਾਲਉਦੀਨ ਫਿਰੋਜ਼ ਖਲਜੀ ਹੈ ਜਿਹੜਾ, ਇਹ ਉਸ ਸਮੇਂ ਉਹਦੇ ਦਰਬਾਰ 'ਚ ਹੈ। ਇਹਨੇ ਬਾਲਕ ਸੁਲਤਾਨ ਦਾ ਕਤਲ ਕੀਤਾ, ਸ਼ਮਸੂਦੀਨ ਦਾ ਕਤਲ ਕੀਤਾ ਅਤੇ ਖੁਦ ਗੱਦੀ 'ਤੇ ਬੈਠ ਗਿਆ। ਸੱਤਾ ਦੇ ਇਸ ਬਦਲਾਅ ਨੂੰ ਖਿਲਜੀ ਕ੍ਰਾਂਤੀ ਕਹਿੰਦੇ ਆ। ਠੀਕ ਹੈ ਜੀ, ਖਿਲਜੀ ਕ੍ਰਾਂਤੀ ਕਿਸ ਨੂੰ ਕਹਿੰਦੇ ਆ? ਫਿਰੋਜ਼ ਖਲਜੀ ਦੁਆਰਾ ਬਾਲਕ ਸੁਲਤਾਨ ਦੇ ਕਤਲ ਦੀ ਘਟਨਾ ਨੂੰ। 1290 ਈਸਵੀ ਦੇ ਵਿੱਚ ਗੁਲਾਮ ਮਮਲੂਕ ਜਾਂ ਦਾਸ ਵੰਸ਼ ਹੈ ਜਿਹੜਾ, ਇਹਦਾ ਅੰਤ ਹੋ ਜਾਂਦਾ ਅਤੇ ਖਿਲਜੀ ਵੰਸ਼ ਦੀ ਸ਼ੁਰੂਆਤ ਹੋ ਜਾਂਦੀ ਹੈ ਜੋ 1290 ਤੋਂ 1320 ਈਸਵੀ ਤੱਕ ਸ਼ਾਸਨ ਕਰਦਾ। ਖਿਲਜੀ ਵੰਸ਼ ਹੈ ਜਿਹੜਾ ਜੀ ਉਹ 1290 ਤੋਂ 1320 ਤੱਕ ਸ਼ਾਸਨ ਕਰਦਾ ਹੈ, ਜਿਹੜਾ ਕਿ ਆਪਾਂ ਕੱਲ੍ਹ ਕਰਾਂਗੇ। ਜਲਾਲਉਦੀਨ ਫਿਰੋਜ਼ ਖਲਜੀ ਹੈ ਜਿਹੜਾ ਇਹਦਾ ਪਹਿਲਾ ਸ਼ਾਸਕ ਹੈ। ਇਸ ਵੰਸ਼ ਦਾ ਸੰਸਥਾਪਕ ਜਲਾਲਉਦੀਨ ਫਿਰੋਜ਼ ਖਲਜੀ ਹੈ। ਟਾਈਮ ਇਹਨਾਂ ਦਾ ਹੈਗਾ ਜੀ ਟੋਟਲ 1290 ਤੋਂ 1320 ਟਾਈਮ ਤੱਕ। ਸੋ ਇਹ ਚੀਜ਼ ਨੂੰ ਧਿਆਨ 'ਚ ਰੱਖਣਾ। ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਸਾਡਾ ਚੈਨਲ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ, ਸ਼ੇਅਰ ਨਹੀਂ ਕੀਤਾ ਅਤੇ ਲਾਈਕ ਨਹੀਂ ਕੀਤਾ ਅਤੇ ਫਿਰ ਤੁਸੀਂ ਕੀ ਕੀਤਾ ਹੈ ਨਾ, ਤਾਂ ਸਾਡਾ ਚੈਨਲ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਨੋਟਸਾਂ ਦੀ ਪ੍ਰਾਪਤੀ ਦੇ ਲਈ ਤੁਸੀਂ ਇਸ ਨੰਬਰ 'ਤੇ ਜਿਹੜਾ ਹੈਗਾ ਸਾਨੂੰ ਵਟਸਐਪ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਧੰਨਵਾਦ। ਮਿਲਦੇ ਹਾਂ ਅਗਲੇ ਟੌਪਿਕ ਖਿਲਜੀ ਵੰਸ਼ ਦੇ ਵਿੱਚ ਜਲਦੀ ਹੀ।